ਧੰਨਵਾਦ। ਹਾਲੇਲੂਇਆ। ਇਸੇ ਤਰ੍ਹਾਂ ਪਰਮੇਸ਼ਰ ਕਹਿੰਦਾ, ਮੈਂ ਕਹੂੰਗਾ ਤੁਹਾਨੂੰ ਮੈਂ ਜਾਣਦਾ ਹੀ ਨਹੀਂ, ਤੁਸੀਂ ਹੈ ਕਿੱਥੋਂ ਦੇ। ਉਹਨੂੰ ਕਿਸੇ ਝੂਠੀਆਂ ਫਰੇਬ ਦੀਆਂ ਚੜਾਵਿਆਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਉਹਨੂੰ ਮਤਲਬ ਨਰਮ ਦਿਲਾਂ ਦੇ ਨਾਲ ਆ, ਸ਼ੁੱਧ ਹਿਰਦਿਆਂ ਦੇ ਨਾਲ ਆ, ਪ੍ਰੇਮ ਦੇ ਨਾਲ ਆ, ਨੇਚਾ ਦੇ ਨਾਲ ਆ। ਉਹਨੂੰ ਮਤਲਬ ਸਿਰਫ ਸੱਚਾਈ ਦੇ ਨਾਲ ਆ। ਉਹਨੂੰ ਮਤਲਬ ਕਿਉਂਕਿ ਆਪ ਸੱਤ ਦਾ ਰੂਪ ਆ, ਉਹਨੂੰ ਮਤਲਬ ਸਿਰਫ ਸੱਤ ਦੇ ਨਾਲ ਆ। ਪਰਮੇਸ਼ਰ ਨੂੰ ਕਿਸੇ ਚੀਜ਼ ਨਾਲ ਮਿਲਾਵਟ ਵਿੱਚ ਨਹੀਂ ਮਿਲ ਸਕਦਾ। ਉਹ ਪਰਮੇਸ਼ਰ ਆ, ਉਹ ਪ੍ਰਕਾਸ਼ ਆ, ਪ੍ਰਕਾਸ਼ ਵਿੱਚ ਪ੍ਰਕਾਸ਼ ਹੀ ਮਿਲੂਗਾ। ਦੀਵਾ ਜਲੇ ਅੰਧੇਰਾ ਜਾਏ, ਅੰਧੇਰਾ ਦੀਵਾ ਜਲਣ ਦੀ ਢੇਰ, ਅੰਧੇਰਾ ਖਤਮ ਹੋ ਜਾਂਦਾ ਆ। ਜੇ ਸਾਡੇ ਅੰਦਰ ਦੀਵਾ ਜਗਦਾ ਤੇ ਅੰਦਰ ਜਲਸ ਖਤਮ ਹੋਣੀ ਚਾਹੀਦੀ ਆ। ਜਲਸ ਹੀ ਨਹੀਂ ਖਤਮ ਹੋਈ ਤੇ ਦੀਵਾ ਕਿੱਥੇ ਜਗਿਆ? ਹੰਕਾਰ ਹੀ ਨਹੀਂ ਖਤਮ ਹੋਇਆ ਤੇ ਦੀਵਾ ਕਿੱਥੇ ਜਗਿਆ? ਕ੍ਰੋਧ ਹੀ ਨਹੀਂ ਖਤਮ ਹੋਇਆ ਤੇ ਦੀਵਾ ਕਿੱਥੇ ਜਗਿਆ? ਅੰਦਰ ਇਹੋ ਲਾਲਚ, ਉਹ ਵੱਡੇ ਵੱਡੇ ਘਰਾਂ ਨੂੰ ਜਾਣ ਦਾ ਪੈ ਗਿਆ। ਇੱਥੋਂ ਵੱਡੇ ਲਿਫਾਫੇ ਮਿਲਣੇ ਆ, ਉਸ ਫੈਮਿਲੀ ਦਾ ਛੇਤੀ ਫੋਨ ਚੱਕੋ ਬਈ ਪਾਸਟਰ ਜੀ, ਤੇ ਗਰੀਬ ਦੀ ਝੁੱਗੀ 'ਚੋਂ ਵੀ ਫੋਨ ਆ ਗਿਆ। ਕੋਈ ਗੱਲ ਨਹੀਂ, ਕਹਿ ਦੋ ਟਾਈਮ ਹੈ, ਕਹਿ ਦੋ ਪਾਸਟਰ ਜੀ ਹੈ ਨਹੀਂ ਗੇ। ਉਹ ਜਾਣਦਾ ਨਹੀਂ ਭਲਾ ਤੈਨੂੰ ਗਰੀਬਾਂ 'ਤੇ ਦਇਆ ਆਉਂਦੀ ਕਿ ਨਹੀਂ ਆਉਂਦੀ? ਉਹ ਤਾਂ ਜਾਣਦਾ ਆ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਵੀ ਪਰਮੇਸ਼ਰ ਦਾ ਭੈ ਮੰਨਿਆ ਜਾਂਦਾ ਨਾ, ਉੱਥੇ ਗਰੀਬ ਅਮੀਰ ਕੋਈ ਬਿਮਾਰ ਹੋਵੇ, ਕੁਛ ਹੋਵੇ, ਐਂਬੂਲੈਂਸ ਉਹਦੇ ਵਾਸਤੇ ਉੱਦਾਂ ਦੀ ਜਿੱਦਾਂ ਅਮੀਰ ਲਈ ਆਉਂਦੀ ਆ, ਉੱਦਾਂ ਦੀ ਗਰੀਬ ਲਈ ਆਉਂਦੀ ਆ। ਇੱਕਦਮ ਕੋਈ ਚਾਰਜ ਨਹੀਂ, ਨਾ ਅਮੀਰ ਨੂੰ ਨਾ ਗਰੀਬ ਨੂੰ। ਇਹ ਤੁਸੀਂ ਸੋਚੋ ਕਿ ਪਰਮੇਸ਼ਰ ਜਿਹੜਾ ਉਹ ਸੱਤ ਆ। ਉਹ ਟੋਕਰੇ ਕਾਹਦੇ ਭਰੇ ਆ? ਸੱਤ ਦੇ। ਉਹਨੂੰ ਸੱਤ ਨਾਲ ਪਿਆਰ ਆ, ਉਹਨੂੰ ਸੱਤ ਨਾਲ ਪਿਆਰ ਆ। ਹਾਲੇਲੂਇਆ। ਸੱਤ ਤੋਂ ਬਿਨਾਂ ਅਸੀਂ ਬਿਲਕੁਲ, ਸੱਚ ਤੇ ਸੱਤ ਤੋਂ ਬਗੈਰ ਅਸੀਂ ਅਧੂਰੇ ਹਾਂ। ਅਸੀਂ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਵੜ ਸਕਦੇ। ਪਰਮੇਸ਼ਰ ਨੇ ਕਹਿ ਦਿੱਤਾ ਸਾਫ਼, ਇਹ ਸੱਤ ਜਿਹੜਾ ਆ, ਇਹ ਸੱਤ ਪਰਮੇਸ਼ਰ ਦੇ ਟੁਕੜੇ ਟੁਕੜੇ ਸਰੀਰ ਦੇ ਕੀਤੇ ਹੋਇਆਂ ਦੇ ਸੱਤ ਟੋਕਰੇ ਭਰੇ ਗਏ ਆ। ਮਾਂ ਦੇ ਥਣਾਂ 'ਚ ਦੁੱਧ ਬੱਚਾ ਜੰਮਣ ਤੋਂ ਪਹਿਲਾਂ ਹੀ ਵਗਾ ਦਿੱਤਾ ਗਿਆ ਆ। ਪਰਮੇਸ਼ਰ ਨੇ ਆਪਣੇ ਟੁਕੜੇ ਤਾਂ ਜੇ ਕਰਾਉਣੇ ਆ ਸਾਡੇ ਲਈ, ਪਰ ਟੋਕਰੇ ਪਹਿਲੋਂ ਹੀ ਪ੍ਰਤੀਕ ਕਰ ਦਿੱਤੇ ਆ। ਬੱਚਾ ਤਾਂ ਹਜੇ ਜੰਮਣਾ ਆ, ਉਹ ਤਾਂ ਬੱਕਰੇ ਵਾਂਗੂ ਝਟਕਾਇਆ, ਅਜੇ ਜਾਣਾ ਆ, ਫਿਰ ਕਬਰ 'ਚ ਜਾਣਾ ਆ, ਫਿਰ ਬਾਹਰ ਆਉਣਾ ਆ। ਪਰ ਇਹ ਟੋਕਰੇ ਦੁੱਧ ਸਾਨੂੰ ਤਿਆਰ ਕਰਕੇ ਦੇ ਦਿੱਤਾ ਆ। ਇਸ ਦੁੱਧ ਨੂੰ ਪੀਣਾ ਜਾਂ ਹੁਣ ਇਸ ਦੁੱਧ ਵਿੱਚ ਕਾਂਜੀ ਪਾਉਣੀ, ਇਸ ਦੁੱਧ ਨੂੰ ਖਰਾਬ ਕਰਨਾ, ਪਰਮੇਸ਼ਰ ਦੇ ਬਚਨ ਨੂੰ ਵਿਗਾੜਨਾ ਤੇ ਆਪਣੀਆਂ ਖੁਸ਼ਾਮਦਾਂ ਲਈ ਤਰੋੜ ਮਰੋੜ ਕੇ ਦੱਸਣਾ। ਲਿਆਓ ਪਰਮੇਸ਼ਰ ਦੇ ਬਚਨਾਂ ਨੂੰ ਸੁਣੋ ਤੇ ਸਮਝੋ, ਤੇ ਆਪਣੀਆਂ ਜਿੰਨੀਆਂ ਗਲਤ ਥੋਟਾਂ ਆ ਸਾਡੇ ਵਿੱਚ, ਗਲਤ ਥੋਟਾਂ, ਪੁੱਛੋ ਨਾ ਕਿੰਨੀਆਂ ਥੋਟਾਂ ਆ, ਕੱਢੋ ਦਸਵੰਧ ਉਹਨਾਂ ਦਾ। ਕਿੰਨੀ ਦਵਾਈ ਮਚੀ ਆ, ਉਹ ਇਹ ਦਸਵੰਧ ਕੱਢੋ ਤੇ ਦੂਜੇ ਹੱਥ ਨੂੰ ਪਤਾ ਨਾ ਲੱਗ ਜਾਏ। ਦੂਜੇ ਹੱਥ ਨੂੰ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਭਈ ਕਿਸੇ ਨੂੰ ਤੁਸੀਂ ਕੁਛ ਦੇਵੋ ਤੇ ਕੋਈ ਉਧਾਰ ਵੀ ਕਿਸੇ ਤੋਂ ਲੈਣ ਜਾਵੇ ਤਾਂ ਉਹ ਵੀ ਸ਼ਰਮ ਮੰਨਦਾ ਆ। ਉਧਾਰਾ ਵੀ ਲੈਣਾ ਹੋਵੇ ਨਾ ਕਿਸੇ ਨੇ, ਉਹ ਵੀ ਕਹਿੰਦਾ ਅੰਦਰ ਵੜ ਕੇ ਮੇਰੀ ਮੁੱਠ ਵਿੱਚ ਦੇ ਦੇਈਂ, ਕਿਸੇ ਨੂੰ ਨਾ ਪਤਾ ਲੱਗੇ, ਮੇਰੀ ਬੇਇੱਜ਼ਤੀ ਨਾ ਹੋਵੇ। ਤੇ ਅੱਜ ਕੱਲ੍ਹ ਲੋਕ ਵੀ ਇਹੀ ਸੰਤ ਹੋਏ, ਪਾਸਟਰ ਹੋਏ, ਉਹ ਵੀ ਕਹਿੰਦੇ ਆ ਵੀ ਚੁੱਪ ਕੀਤਾ ਹੀ ਦਿੱਤਾ ਜਾਵੇ, ਕਿਸੇ ਨੂੰ ਨਾ ਪਤਾ ਲੱਗੇ ਵੀ ਸਾਨੂੰ ਇਹਨਾਂ ਕੁਛ ਦਿੱਤਾ ਆ। ਤੋ ਪਰਮੇਸ਼ਰ ਨੇ ਵੀ ਇਹ ਗੱਲ ਕਹੀ ਆ ਕਿ ਦੂਜੇ ਹੱਥ ਨੂੰ, ਉਹਨਾਂ ਦੂਜੇ ਹੱਥ ਦਾ ਅਰਥ ਇਹੀ ਬਣਾ ਲਿਆ ਕਿ ਲੁਕੋ ਲਓ ਤੇ ਕਿਸੇ ਦੇ ਕੋਲ ਭੇਦ ਨਾ ਲੱਗੇ ਕਿ ਕਿਸੇ ਨੇ ਸਾਨੂੰ ਕੀ ਦਿੱਤਾ, ਸਾਡੀ ਬੇਇੱਜ਼ਤੀ ਨਾ ਹੋਵੇ। ਇਸ ਚੀਜ਼ ਨੂੰ ਬਹੁਤ ਉਛਾਲਿਆ ਗਿਆ ਕਿ ਦੂਜੇ ਹੱਥ ਨੂੰ ਨਾ ਪਤਾ ਲੱਗੇ। ਤੇ ਉਹ ਦਾਨ ਆ, ਉਹੋ ਹੀ ਦਾਨ ਆ ਜਿਹੜਾ ਦੂਜੇ ਹੱਥ ਨੂੰ ਪਤਾ ਨਾ ਲੱਗੇ। ਹੁਣ ਤੁਸੀਂ ਸੋਚਣ ਵਾਲੀ, ਮੇਰੇ ਸੋਚਣ ਵਾਲੀ, ਪਰਮੇਸ਼ਰ ਦੀ ਸੋਚ ਤੁਹਾਨੂੰ ਦੱਸਦੀ ਆ ਵੀ ਇਹ ਕਿੱਦਾਂ ਹੋ ਸਕਦਾ ਆ ਦੂਜੇ ਹੱਥ ਨੂੰ ਪਤਾ ਨਾ ਲੱਗੇ।
ਪਹਿਲੋਂ ਹੀ 2 ਹੱਥਾਂ ਨੇ ਲਿਫਾਫੇ 'ਚ ਪੈਸੇ ਪਾਉਣੇ ਆ ਜਿਹੜੇ 2 ਹੱਥ ਹੈ ਨਾ ਸਾਡੇ ਲਿਫਾਫੇ 'ਚ ਪਾਉਣ ਲਈ, ਪਹਿਲੋਂ ਹੀ 2 ਹੱਥ, ਇੱਕ ਹੱਥ ਨਾਲ ਤਾਂ ਪੈਣੇ ਹੀ ਨਹੀਂ, 2 ਨਾਲ ਪੈਣਗੇ। ਫਿਰ ਇੱਥੇ ਇਹ ਗਲਤ ਹੋ ਗਏ ਨਾ, ਦ੍ਰਿਸ਼ਟਾਂਤ ਸਹੀ ਨਹੀਂ ਨਾ ਹੈਗਾ, ਦੂਜੇ ਹੱਥ ਨੂੰ ਪਤਾ ਨਾ ਲੱਗੇ। ਫਿਰ ਪਤੀ ਪਤਨੀ ਆ 2 ਜਣੇ ਘਰ ਵਿੱਚ, ਉਹ ਸਲਾਹ ਕਰਦੇ ਆ, ਪਾਸਟਰ ਜੀ ਆਏ ਆ, ਸੰਤ ਜੀ ਆਏ ਆ, ਗਿਆਨੀ ਜੀ ਆਏ ਆ, ਆਪਾਂ ਕੀ ਦੇਣਾ। 2 ਹੋ ਗਿਆ, ਉਹਨਾਂ ਦੇ ਬੱਚੇ ਆ, ਘਰ 'ਚ ਸਲਾਹ ਕਰਦੇ ਆ ਸਾਰੇ ਵੀ ਪਾਸਟਰ ਜੀ ਨੇ ਆਉਣਾ ਆ, ਚਰਚ ਤਿਆਰ ਹੋ ਰਿਹਾ ਆ, ਜਾਂ ਪਾਸਟਰ ਜੀ ਨੇ ਵੈਸੇ ਹੀ ਆਉਣਾ ਆ, ਆਪਾਂ ਕੀ ਦੇਣਾ। ਉਹ ਸਲਾਹ ਦੇ ਨਾਲ ਮਤਬਰੇ ਨਾਲ ਕਰਕੇ ਕਹਿੰਦੇ ਆਪਾਂ ਇੰਨੇ ਕਰਕੇ ਸਾਰੇ ਪਾ ਦਿੰਦੇ ਹਾਂ। 3 ਭਰਾ ਆ, 2 ਭਰਾ ਆ, ਇਕੱਠੇ ਘਰ ਵਿੱਚ ਸਾਰੇ ਇੱਕ ਥਾਂ ਪਾ ਕੇ ਲਿਫਾਫੇ ਦੇ ਵਿੱਚ ਆਪਾਂ ਪਾ ਦਿੰਦੇ। ਉਹ ਜਿੰਨੇ ਪਰਿਵਾਰ ਦੇ ਜੀਅ ਉਹ ਸਾਰਿਆਂ ਨੂੰ ਪਤਾ ਲੱਗ ਗਿਆ। ਅੱਛਾ ਜੀ, ਹੁਣ ਪਾਸਟਰ ਦੇ ਜਿਹੜੇ ਨਾਲ ਆਏ ਆ ਲਿਫਾਫੇ 'ਚ ਕੀਤੇ ਬੰਦ, ਅਤੇ ਪਾਸਟਰ ਜੀ ਦੇ ਦਿੱਤੇ ਹੱਥ ਵਿੱਚ, ਅਤੇ ਪਾਸਟਰ ਜੀ ਨੂੰ ਦਿੱਤੇ ਚੁੱਕ ਕਰਕੇ ਲਿਫਾਫੇ 'ਚ ਫੜਾ ਪਾ ਕੇ। ਹੁਣ ਪਾਸਟਰ ਨੂੰ ਪਤਾ ਲੱਗਿਆ, ਉਹਦੇ ਵੀ 2 ਹੱਥ ਹੋਰ ਹੋ ਗਏ, 2 ਹੱਥ ਇੱਧਰੋਂ, 4 ਪਰਿਵਾਰ ਦੇ ਕਈ ਹੱਥ ਰਲ ਗਏ, ਕਈ ਖਿਆਲ ਰਲ ਗਏ, ਕਈ ਸੋਚਾਂ ਰਲ ਗਈਆਂ। ਫਿਰ ਪਾਸਟਰ ਜੀ ਨੇ ਘਰ ਜਾ ਕੇ ਆਪਣੀ ਘਰਵਾਲੀ ਨੂੰ, ਆਪਣੇ ਘਰ 'ਚ ਜਿਹੜੇ ਜ਼ਿਆਦਾ ਨਜ਼ਦੀਕੀ ਉਹਦੇ ਬੱਚੇ ਜਾਂ ਕੋਈ ਵੀ ਲੈ ਇਸ ਘਰ ਗਏ ਸੀ। ਅੱਜ ਮੈਨੂੰ ਕਈ ਪਾਸਟਰਾਂ ਦੀਆਂ ਗੱਲਾਂ ਚੇਤੇ ਆ, ਮੈਂ ਨਾਂ ਨਹੀਂ ਲੈਣਾ ਕਿਸੇ ਦਾ। ਅਸੀਂ ਫਲਾਣੇ ਥਾਂ 'ਤੇ ਗਏ, ਇੱਕ ਪਾਸਟਰ ਕਹਿੰਦੇ ਗਏ ਅਸੀਂ ਐਡੀ ਦੂਰੋਂ, ਅਸੀਂ ਗਏ, 2 ਉਹਨਾਂ ਦੇ ਨਾਲ ਮੁੰਡੇ ਸੀ ਅਤੇ 2 ਹੀ ਉਹਨਾਂ ਦੇ ਨਾਲ ਦਾਸ ਸੀਗੇ ਉਹਨਾਂ ਦੇ, ਅਤੇ ਕਿਹਦੇ ਆਪ ਸੀਗੇ ਪਾਸਟਰ ਜੀ, ਅਤੇ ਕਹਿੰਦੇ ਸਿਰਫ ਉਹਨਾਂ ਨੇ ਸਾਨੂੰ 1500 ਹੀ ਦਿੱਤਾ। ਉਹ ਖੁਸ਼ ਨਹੀਂ, 1500 ਸੌਰੀ 15000 ਸੌਰੀ 1500 ਨਹੀਂ, ਇੰਡੀਆ ਦੀ ਗੱਲ ਆ, 15000 ਦਿੱਤਾ। ਅਤੇ ਉਹਨਾਂ ਨੇ ਸਟੇਜ 'ਤੇ ਬੋਲਿਆ ਕਿ 15000 ਦੇ ਨਾਲ ਕੀ ਬਣਨਾ ਸੀ ਸਾਡਾ, ਜਿੱਥੋਂ ਆਏ ਸੀ ਉੱਥੋਂ ਉਹਨਾਂ ਦਾ 3000 ਹੋ ਸਕਦਾ ਖਰਚਾ ਲੱਗ ਗਿਆ ਹੋ, ਤੇਲ ਪਾਣੀ ਦਾ 3000 ਦਾ, ਚਲੋ ਵੱਧ ਤੋਂ ਵੱਧ ਹੀ ਲਾ ਲਓ ਤੁਸੀਂ, ਆਉਣ ਜਾਣ ਸਹੀ 5000 ਹੀ ਸਹੀ, ਆਪਣੀ ਉਹਨਾਂ ਦੀ ਘਰ ਦੀ ਗੱਡੀ ਸੀ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੋਂ ਤਾਂ ਜੋ ਮਿਲਣਾ ਸੀ ਮਿਲ ਗਿਆ, ਹੁਣ ਇੱਥੇ ਰਾਤ ਰਹਿਣ ਦਾ ਤਾਂ ਕੋਈ ਫਾਇਦਾ ਨਹੀਂ। ਫਿਰ ਉਹਨਾਂ ਨੇ ਹੋਰ ਘਰ, ਆਪਾਂ ਨਾ ਕਿਸੇ ਦਾ ਵੀ ਨਹੀਂ ਲੈਣਾ, ਉੱਥੋਂ ਵੀ ਉਹਨਾਂ ਨੂੰ ਫਿਰ ਕਾਫੀ ਪੈਸੇ ਮਿਲ ਗਏ। 15 ਉੱਥੋਂ ਮਿਲਿਆ ਸੀਗਾ ਅਤੇ 30 ਉੱਥੋਂ ਮਿਲ ਗਿਆ, ਨਾਲੇ ਐਸ਼ ਦੀ ਸੋਹਣੀ ਰੋਟੀ ਰਾਤ ਦੀ ਖਾਧੀ, ਮਤਲਬ ਸਵੇਰ ਦੀ, ਦੁਪਹਿਰ ਦੀ, ਅਤੇ ਫਿਰ ਇੱਕ ਘਰ ਹੋਰ ਗਏ, ਅਤੇ ਉਹਨਾਂ ਨੂੰ ਤਕਰੀਬਨ 50,000 ਹੋ ਗਿਆ। ਅਤੇ ਅਸੀਂ ਜਦੋਂ ਉਸ ਚਰਚ ਨੂੰ ਗਏ ਅਤੇ ਉਹਨਾਂ ਨੇ ਇਹ ਗੱਲ ਸੁਣਾਈ, ਔਰ ਮੇਰਾ ਉੱਥੇ ਹੀ ਉਹਨਾਂ ਨੂੰ ਸੁਣ ਕੇ ਉਹਨਾਂ ਦੀ ਗੱਲ, ਉਹਨਾਂ ਤੋਂ ਦਿਲ ਹੀ ਟੁੱਟ ਗਿਆ ਕਿ ਇੱਕ ਘਰ ਤੁਹਾਨੂੰ ਬੁਲਾਇਆ, ਇੰਨੀ ਦੁਨੀਆ ਇਕੱਠੀ ਕੀਤੀ, ਟੈਂਟ ਲਾਇਆ, ਉਹਦੇ ਖਰਚੇ, ਲੰਗਰ ਲਾਏ ਉਹਨਾਂ ਨੇ, ਉਹਦੇ ਖਰਚੇ, ਵਾਜੇ ਉਹਨਾਂ ਨੇ ਵਜਾਏ, ਉਹਦੇ ਖਰਚੇ, ਢੋਲ ਉਹਨਾਂ ਦੇ ਮੂਹਰੇ ਫੁੱਲਾਂ ਦੀਆਂ ਵਰਖਾ ਕੀਤੀਆਂ। ਪਹਿਲਾਂ ਇਹ ਨਹੀਂ ਆਪਾਂ ਨੂੰ ਤਾਂ ਚੰਗੀਆਂ, ਮੈਨੂੰ ਤਾਂ ਨਹੀਂ ਲੱਗਦੀਆਂ ਇਹ ਗੱਲਾਂ ਚੰਗੀਆਂ ਜੋ ਪ੍ਰਭੂ ਨੇ ਕੀਤਾ। ਜਾਓ ਨਾ ਪਾਸਟਰ ਜੀ ਖੋਤੀ 'ਤੇ ਚੜ੍ਹ ਕੇ ਜਾਓ, ਤਾਂ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਸਿਖਾਇਆ। ਨਹੀਂ, ਵੱਡੀਆਂ ਤੋਂ ਵੱਡੀਆਂ, ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ, ਜਦੋਂ ਅਸੀਂ ਨਹੀਂ ਸੀਗੇ ਪਾਸਟਰ ਉਦੋਂ ਸਾਡੀ ਸਾਈਕਲ ਵੀ ਹੈ ਨਹੀਂ ਸੀ, ਹੁਣ ਦੇਖੋ ਸਾਡੀ ਗੱਡੀ ਇੱਦਾਂ ਦਿਖਾਉਂਦੇ ਆ। ਸੋ ਇਹ ਗੱਲਾਂ ਵੱਲ ਪਰਮੇਸ਼ਰ ਨੇ ਦੇਖਣਾ ਆ। ਪਰਮੇਸ਼ਰ ਜੀ ਇਹ ਗੱਲਾਂ ਕਹਿ ਰਹੇ ਆ ਸਾਨੂੰ ਕਿ ਤੁਸੀਂ ਕਹਿੰਦੇ ਨਾ ਦੇਖੋ ਪ੍ਰਭੂ ਜੀ, ਅਸੀਂ ਇਹ ਲੋਕਾਂ ਦੇ ਭੂਤ ਕੱਢੇ ਤਾਂ ਤੁਸੀਂ ਨਹੀਂ, ਕੱਢੇ ਤਾਂ ਪਰਮੇਸ਼ਰ ਨੇ। ਬਥੇਰੇ ਪਾਸਟਰ ਅੱਜ ਭੂਤ ਕੱਢੀ ਜਾ ਰਹੇ, ਬਹੁਤ ਬਿਮਾਰੀਆਂ ਤੋਂ ਲੋਕਾਂ ਦਾ ਛੁਟਕਾਰਾ। ਧੰਨ ਆ ਪਰਮੇਸ਼ਰ ਦੇ ਦਾਸ, ਚੰਗੇ ਆ, ਬਹੁਤ ਚੰਗੇ ਆ, ਉਹ ਬਹੁਤ ਨਾਈਸ ਆ ਉਹ, ਪਰ ਜੇ ਉਹ ਮਾਣ ਨਾ, ਆਪਣੇ ਆਪ ਨੂੰ ਮਾਣ ਵਾਲੇ ਨਾ ਬਣਾਉਣ, ਜਿੱਦਾਂ ਪਰਮੇਸ਼ਰ ਦਾ ਹੁਕਮ ਆ ਉਸੇ ਹਿਸਾਬ ਨਾਲ ਚੱਲਣ,
ਤਾਂ ਕਿ ਉਹਨਾਂ ਚੀਜ਼ਾਂ ਵਿੱਚ ਨਾ ਫਸਣ ਪਈ ਇੱਥੋਂ 15 ਹੀ ਹੋਇਆ, ਇੱਥੋਂ 10 ਹੀ ਹੋਇਆ, ਇੱਥੋਂ 5 ਹੀ ਹੋਇਆ। ਹਾਂ, ਇਦਾਂ ਦੇ ਬਣੋ ਵੀ ਹੱਥੋਂ ਦੇ ਕੇ ਭਲਾ ਮੰਗਾਏ, ਤੁਸੀਂ ਆਪਣੀ ਮੁੱਠ 'ਚ ਕੁਛ ਲੈ ਜਾਓ ਵੀ ਇੱਥੇ ਤੁਸੀਂ ਇੰਨਾ ਸਾਨੂੰ ਸਦਕੇ ਖਰਚਾ ਕੀਤਾ ਆ। ਤੁਸੀਂ ਜਿਸ ਤਰ੍ਹਾਂ ਪੌਲੁਸ ਕਹਿੰਦਾ ਆ, ਮੈਂ ਕਦੀ ਵੀ ਕਲੀਸਿਆ ਦੇ ਸਿਰ ਦੇ ਉੱਤੇ ਬੋਝ ਨਹੀਂ ਬਣਿਆ। ਇਸ ਕਰਕੇ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਨਹੀਂ ਵੀ, ਜੇ ਤੂੰ ਨਹੀਂ, ਕਈ ਵਾਰੀ ਇਨਸਾਨ ਇਦਾਂ ਵੀ ਹੁੰਦਾ ਆ ਭਈ ਮੈਂ ਤਾਂ ਕੁਛ ਨਹੀਂ ਲੈਂਦਾ ਕਿਸੇ ਕੋਲੋਂ ਕੁਛ ਵੀ, ਮੈਂ ਤਾਂ ਪਰਮੇਸ਼ਰ ਨੇ ਬਹੁਤ ਕੁਛ ਆਲਰੇਡੀ ਦਿੱਤਾ ਹੋਇਆ, ਪਰ ਉਹ ਨਾ ਲੈ ਦਾ ਵੀ ਮਾਣ ਕਈ ਵਾਰੀ ਹੋ ਜਾਂਦਾ ਆ ਤੇ ਮੇਰੇ ਵਰਗਾ ਤਾਂ ਹੋਰ ਕੋਈ ਚੰਗਾ ਨਹੀਂ। ਇਹ ਮਾਣ ਵੀ ਬੰਦੇ ਨੂੰ ਖਾ ਹੀ ਜਾਂਦਾ ਆ। ਇਹ ਸੂਖਮ ਮਾਣ ਆ, ਸੂਖਮ ਸੇਕ ਅੰਦਰੋਂ ਹੀ ਖਾ ਗਈ। ਉਹਨੂੰ ਲੱਗਦਾ ਮੈਂ ਬਹੁਤ ਵਾਧੂ ਹਾਂ। ਹੋਏ ਹੋਏ ਹੋਏ, ਇਸ ਬਰੀਕੀ ਤੋਂ ਕਿੱਦਾਂ ਬਚਣਾ ਹੈ? ਪਰਮੇਸ਼ਰ ਤੇਰੇ ਪ੍ਰੇਮ ਦੇ ਹੰਝੂ ਹੋਣ ਤਾਂ ਬਚ ਸਕਦੇ ਹੋ ਸਾਡੀਆਂ ਅੱਖਾਂ ਦੇ ਵਿੱਚ ਕਿ ਮੈਂ ਬਹੁਤ ਵਾਧੂ ਹਾਂ, ਮੈਂ ਤਾਂ ਕਿਸੇ ਤੋਂ ਕੁਛ ਲੈਂਦਾ ਹੀ ਨਹੀਂ, ਮੈਂ ਤਾਂ ਦੇ ਕੇ ਆਉਣਾ। ਨਾ ਤੂੰ ਦੇਣ ਵਾਲਾ ਓਏ ਬੰਦਿਆ, ਨਾ ਤੂੰ ਲੈਣ ਵਾਲਾ, ਤੂੰ ਤਾਂ ਹੈ ਹੀ ਕੱਖ ਨਹੀਂ। ਤੂੰ ਕਾਹਦੀਆਂ ਦੇਣ ਲੈਣ ਦੀਆਂ ਇੱਥੇ ਪੰਡਾਂ ਖੋਲ ਕੇ ਬੈਠਾ ਆ? ਤੂੰ ਇੱਥੇ ਆ ਕਰਕੇ ਨੀਚ ਸਦਾਵਣਾ, ਨੀਚ ਸਦਾ ਆਪਣੇ ਆਪ ਨੂੰ ਕਰਕੇ, ਤਾਂ ਕਿਤੇ ਪਰਮੇਸ਼ਰ ਤੇਰਾ ਲੇਖੇ ਦੇ ਵਿੱਚ ਪਾਊਗਾ। ਤੇ ਇਹ 7 ਦੇ ਟੁਕੜੇ ਪਰਮੇਸ਼ਰ ਨੇ ਸਾਨੂੰ ਪਹਿਲੋਂ 7 ਦੇ ਬਚਨ ਦੇ ਟੋਕਰੇ ਸਾਨੂੰ 7 ਭਰ ਦਿੱਤੇ ਆ ਭਾਈ। ਇਹ 7 ਮੁੱਕਦੇ ਨਹੀਂ, ਇਹ 7 ਕਦੀ ਨਹੀਂ ਮੁੱਕਣਾ। ਪਰਮੇਸ਼ਰ ਦਾ 7 ਜਿੱਥੇ ਜਿੱਥੇ ਆ, ਇਹ ਕਦੀ ਨਹੀਂ ਮੁੱਕਣਾ। ਜਦੋਂ ਸਾਹ ਸਾਡੇ 'ਚ ਆਉਂਦਾ, ਅੰਦਰੋਂ ਵੀ ਹਵਾ ਨਾਲ ਆਉਂਦਾ ਤੇ ਬਾਹਰ ਵੀ ਹਵਾ ਕੰਮ ਕਰਦੀ ਆ। ਪਰਮੇਸ਼ਰ ਨੇ ਅੰਦਰੋਂ ਵੀ ਸਾਨੂੰ ਰਜਾਇਆ ਤੇ ਬਾਹਰੋਂ ਵੀ ਰਜਾਇਆ। ਪਰਮੇਸ਼ਰ ਨੂੰ ਮਨਜ਼ੂਰ ਨਹੀਂਗਾ ਕਿ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ ਨਾ ਤੇ ਇਹਨਾਂ ਦੇ ਉੱਤੇ ਆਪਣੇ ਆਪ ਦੇ ਉੱਤੇ ਮਾਣ ਕਰੋ, ਆਪਣੇ ਆਪ ਨੂੰ ਦਿਖਾਓ ਵੀ ਅਸੀਂ ਕੁਛ ਹੈਗੇ ਆ। ਨਹੀਂ, ਪਰਮੇਸ਼ਰ ਕਹਿੰਦਾ ਉਦੋਂ ਮੈਂ ਕਹਿਣਾ ਮੈਂ ਤੁਹਾਨੂੰ ਜਾਣਦਾ ਵੀ ਨਹੀਂ, ਤੁਸੀਂ ਭਾਵੇਂ ਕਿੱਡੇ ਕਿੱਡੇ ਕੰਮ ਕੀਤੇ ਆ, ਕਿਉਂਕਿ ਤੁਸੀਂ ਆਪਣੇ ਹੀ ਨਾਮ ਉੱਚਾ ਕਰਨ ਲਈ ਕੀਤੇ ਆ। ਸੋਚ ਵਿੱਚ ਇਹ ਸੀ ਵਾਹ ਜੀ ਵਾਹ, ਪਾਸਟਰ ਜੀ ਆ ਗਏ ਆ, ਨਾਲ 10 ਚੇਲੇ ਆ ਗਏ ਆ। ਹੁਣ ਪਹਿਲੋਂ ਲਿਖਾਇਆ ਜਾਂਦਾ ਵੀ ਇੰਨੇ ਬੰਦੇ ਆਉਣੇ ਆ ਤੇ ਲਿਫਾਫੇ ਇੰਨੇ ਤਿਆਰ ਕਰ ਲਿਓ। ਇਹ ਗੱਲਾਂ ਜਿਹੜੀਆਂ ਪਹਿਲੋਂ ਲਿਖਾਈਆਂ ਜਾਂਦੀਆਂ ਆ, ਕਿੰਨਾ ਗਰੀਬ ਵਿਚਾਰਾ ਸਤਸੰਗ ਕਿੱਥੋਂ ਕਰ ਲਵਾ ਲਊਗਾ। ਤੋ ਭਾਗ ਚੰਗੇ ਆ ਉਹਨਾਂ ਦੇ ਜਿਹੜੇ ਜਿੱਦਾਂ ਪ੍ਰਭੂ ਨੇ ਕਿਹਾ ਮੁਫਤ 'ਚ ਮਿਲਿਆ ਮੁਫਤ 'ਚ ਵੰਡੋ। ਚੰਗੇ ਭਾਗ ਆ ਉਹਨਾਂ ਦੇ ਜਿਨ੍ਹਾਂ ਦੇ ਘਰ ਇੱਦਾਂ ਦੇ ਪ੍ਰਭੂ ਦੇ ਦਾਸ ਆਉਂਦੇ ਆ। ਇੱਦਾਂ ਦੇ ਦਾਸ ਵੀ ਹੈਗੇ ਆ, ਬੀਜਨਾਸ ਕਿਤੇ ਨਹੀਂ ਹੈਗਾ, ਪਰ ਫਿਰ ਵੀ ਉਹਨਾਂ ਦੇ ਅੰਦਰ ਵੀ ਮਾਣ ਨਾ ਹੋਵੇ। ਬਚਣਾ ਉਹਨਾਂ ਨੇ ਤਾਂ ਆ, ਐਵੇਂ ਨਹੀਂ ਬਚਣਾ। ਜਿਸ ਤਰ੍ਹਾਂ ਪ੍ਰਭੂ ਨੂੰ ਪੁੱਛਿਆ, ਪ੍ਰਭੂ ਦੇ ਦਾਸਾਂ ਨੇ ਪੁੱਛਿਆ, ਚੇਲਿਆਂ ਨੇ ਪੁੱਛਿਆ ਕਿ ਪ੍ਰਭੂ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਪਰਮੇਸ਼ਰ ਦੇ ਰਾਜ ਵਿੱਚ ਕੌਣ ਵੱਡਾ ਆ? ਪਰਮੇਸ਼ਰ ਦੇ ਰਾਜ ਵਿੱਚ ਕੌਣ ਵੱਡਾ ਆ? ਤੇ ਪਰਮੇਸ਼ਰ ਨੇ ਕੀ ਕਿਹਾ? ਪਹਿਲਾਂ ਤਾਂ ਪਰਮੇਸ਼ਰ ਨੇ ਕਿਹਾ ਉਹ ਵੱਡਾ ਆ। ਛੋਟੇ ਜਿਹੇ ਬੱਚੇ ਨੂੰ ਲਿਆਂਦਾ, ਛੋਟੇ ਜਿਹੇ ਬੱਚੇ ਨੂੰ ਲਿਆਂਦਾ ਤੇ ਕਿਹਾ ਜਿਹੜਾ ਇਸ ਬੱਚੇ ਦੀ ਨਿਆਈ ਹੋਵੇ ਉਹ ਵੱਡਾ ਆ। ਇਸ ਬੱਚੇ ਦੀ ਨਿਆਈ ਜਿਹਦਾ ਹਿਰਦਾ ਹੋਵੇ, ਕਿਉਂਕਿ ਉਹ ਨਰਮ ਹਿਰਦਿਆਂ ਉੱਤੇ ਵਸਦਾ ਤੇ ਬੱਚੇ ਦਾ ਦਿਲ ਕੋਮਲ ਤੇ ਨਰਮ ਤੇ ਭਾਵਨਾ ਵਾਲਾ ਹੁੰਦਾ ਆ। ਬੱਚਾ ਗੱਲ ਜਿਹੜੀ ਕਹੋ ਉੱਤੇ ਬਲੀਵ ਕਰ ਜਾਂਦਾ ਆ। ਜਿਹੜੇ ਬੰਦੇ ਨੂੰ ਕਿਸੇ 'ਤੇ ਯਕੀਨ ਹੀ ਨਹੀਂ ਆਉਂਦਾ ਛੇਤੀ, ਉਹ ਬਹੁਤ ਚਲਾਕ ਹੁੰਦਾ ਆ। ਉਹਨੇ ਰੱਬ ਨੂੰ ਕੀ ਪਾਉਣਾ? ਰੱਬ ਤਾਂ ਭੋਲੇ ਭਾਅ ਪਾਇਆ ਜਾਂਦਾ ਨਾ। ਵਿਸ਼ਵਾਸ ਆ ਜਾਵੇ, ਜੇ ਵਿਸ਼ਵਾਸ ਹੀ ਨਹੀਂ ਤਾਂ ਕੁਛ ਵੀ ਨਹੀਂ। ਇੱਥੇ ਫਿਰ ਵੀ ਪਰਮੇਸ਼ਰ ਨੇ ਕੱਲ੍ਹ ਕਿਹਾ ਸੀਗਾ ਕਿ ਜਾਓ ਰੋਗੀਆਂ ਨੂੰ ਚੰਗੇ ਕਰੋ, ਬਚਨ ਵੰਡੋ। ਹੁਣ ਇਹ 7 ਦਾ ਬਚਨ ਵੀ ਇੱਦਾਂ ਹੀ ਵੰਡਣਾ ਆ। ਮੁਰਦਿਆਂ ਨੂੰ ਜਵਾਲੋ ਤੇ ਕੋੜੀਆਂ ਨੂੰ ਸ਼ੁੱਧ ਕਰੋ ਤੇ ਭੂਤਾਂ ਨੂੰ ਕੱਢੋ। ਹੁਣ ਇੱਥੇ ਬੜੀ ਡੂੰਘੀ ਗੱਲ ਹੈ ਇਸ ਪਰਮੇਸ਼ਰ ਦੀ ਇਹ ਬਚਨ ਦੀ।
ਕੱਲ੍ਹ ਵੀ ਇਹਦੇ ਬਚਨ ਦੇ ਅਰਥ ਸੀ ਅਤੇ ਅੱਜ ਵੀ ਇਹਦੇ ਅਰਥ ਆ। ਕੱਲ੍ਹ ਕੁਛ ਹੋਰ ਸੀ ਥੋੜ੍ਹੇ ਜਿਹੇ ਅਤੇ ਅੱਜ ਕੁਛ ਹੋਰ ਆ, ਕਿਉਂਕਿ ਅੰਤ ਕੋਈ ਨਹੀਂ। ਇੰਨੀ ਅਥਾਹ ਇਹ ਦੇਣ ਆ ਉਹਦੀ, ਅੰਤ ਕੋਈ ਨਹੀਂ। ਇਸ ਕਰਕੇ ਰੋਗੀਆਂ ਨੂੰ ਚੰਗੇ ਕਰੋ। ਠੀਕ ਆ, ਰੋਗੀ ਚੰਗੇ ਹੋ ਰਹੇ ਆ। ਮੁਰਦਿਆਂ ਨੂੰ ਜਵਾਲੋ। ਮੁਰਦੇ ਸਾਡੀਆਂ ਰੂਹਾਂ ਜਿਹੜੀਆਂ ਮਰ ਚੁੱਕੀਆਂ ਆ, ਪਰਮੇਸ਼ਰ ਦੇ ਪ੍ਰੇਮ ਵਿੱਚ ਜਾਗਣ। ਪ੍ਰੇਮ ਜਾਗੇ, ਨਿਸ਼ਚਾ ਪੈਦਾ ਹੋਵੇ, ਇਹਨਾਂ ਦੇ ਅੰਦਰ ਸੱਤ ਪੈਦਾ ਹੋਵੇ, ਤਾਂ ਇਹ ਰੂਹਾਂ ਜਿਹੜੀਆਂ ਜਿੰਦੀਆਂ ਹੋ ਜਾਣ। ਇੱਥੋਂ ਤੱਕ ਤੁਸੀਂ ਦੇਖਦੇ ਆ ਕਈ ਟੈਸਟਮਨੀਆਂ ਦਾ ਅੰਤ ਕੋਈ ਨਹੀਂ। ਇੰਨੀਆਂ ਟੈਸਟਮਨੀਆਂ ਅੱਜ ਪਰਮੇਸ਼ਰ ਕਰਵਾ ਰਿਹਾ ਆ, ਆਪਣੇ ਦਾਸਾਂ ਦੇ ਕੋਲੋਂ ਕਰ ਰਿਹਾ ਆ, ਆਪ ਉਹਨਾਂ ਦੇ ਵਿੱਚ ਦੀ ਹੋ ਕੇ ਬਹੁਤ ਵੱਡੇ ਵੱਡੇ ਕੰਮ ਕਰ ਰਿਹਾ ਆ, ਬਹੁਤ ਵੱਡੇ ਵੱਡੇ ਕਰ ਰਿਹਾ ਆ। ਪਰ ਇੱਥੇ ਪਰਮੇਸ਼ਰ ਨੇ ਇਹਨਾਂ ਮੁਰਦਿਆਂ ਦੀ ਗੱਲ ਕੀਤੀ ਜਿਹੜੇ ਸਾਡੇ ਅੰਦਰ ਮੁਰਦਿਆਨ ਵਰਤ ਗਈ ਆ। ਆਤਮਾ, ਪਰਮੇਸ਼ਰ ਦਾ ਆਤਮਾ ਸਾਡੇ ਅੰਦਰ ਨਹੀਂ, ਸ਼ੈਤਾਨ ਦਾ ਆਤਮਾ ਆ। ਤਾਂ ਪਰਮੇਸ਼ਰ ਦਾ ਆਤਮਾ ਕੋਮੇ 'ਚ ਜਾ ਚੁੱਕਾ ਆ। ਉਹ ਜਿੰਦਾ ਹੋ ਸਕਦਾ ਆ ਜਦੋਂ ਪਰਮੇਸ਼ਰ ਦਾ ਸੱਤ ਦਾ ਬਚਨ ਸਾਡੇ ਅੰਦਰ ਜਾਊਗਾ। ਜਿਹੜੇ ਅੱਜ 7 ਟੋਕਰੇ ਭਰੇ ਆ, ਜਦੋਂ ਉਹ ਬਚਨ ਸਾਡੇ ਅੰਦਰ ਜਾਊਗਾ ਤਾਂ ਉਦੋਂ ਅਸੀਂ ਅੰਦਰੋਂ ਜਿੰਦੇ ਹੋ ਜਾਵਾਂਗੇ। ਬਾਹਰੋਂ ਰੋਗੀਆਂ ਦੇ ਰੋਗ ਚਲ ਗਏ, ਬਾਹਰੋਂ ਰੋਗੀਆਂ ਦੇ ਭੂਤ ਤਾਂ ਚਲ ਗਏ, ਪਰ ਉਹ ਵੀ ਕਿਹਨੇ ਕੱਢੇ? ਕੱਢੇ ਤਾਂ ਪਰਮੇਸ਼ਰ ਨੇ। ਕਿਸੇ ਸੰਤ ਨੇ ਨਹੀਂ ਕੱਢੇ, ਕਿਸੇ ਦਾਸ ਨੇ ਨਹੀਂ ਕੱਢੇ, ਕਿਸੇ ਪਾਸਟਰ ਨੇ ਨਹੀਂ ਕੱਢੇ, ਪਰਮੇਸ਼ਰ ਨੇ ਉਹਨਾਂ ਕੋਲੋਂ ਕਢਵਾਏ। ਬਹੁਤ ਕਰਵਾ ਰਿਹਾ ਪਰਮੇਸ਼ਰ, ਵੱਡੇ ਵੱਡੇ ਕੰਮ ਕਰ ਰਿਹਾ ਆ। ਪਰ ਇਹ ਵੱਖਰੀ ਗੱਲ ਹੈ ਕਿ ਉਹ ਆਪਣੀ ਹੋਂਦ ਨੂੰ ਜਣਾਉਣ ਜਾਂ ਨਾ। ਜੇ ਨਹੀਂ ਜਣਾਉਣਗੇ ਤਾਂ ਉਹ ਪ੍ਰਭੂ ਨੂੰ ਪਾਉਣਗੇ, ਅਤੇ ਜੇ ਉਹ ਜਣਾਉਣਗੇ ਵੀ ਅਸੀਂ ਕਰਦੇ ਹਾਂ ਤਾਂ ਫਿਰ ਪਰਮੇਸ਼ਰ ਤੋਂ ਬੇਮੁਖ ਹੋ ਜਾਣਗੇ। ਉਹ ਕਰਮ ਉਹਨਾਂ 'ਤੇ ਹੀ ਰਹਿਣ ਦਿਓ, ਉਹਨਾਂ ਦੀ ਮਰਜ਼ੀ ਪਰਮੇਸ਼ਰ ਜਾਣੇ, ਉਹ ਜਾਣਨ। ਪਰ ਸੱਚਾਈ ਇਹ ਹੀ ਆ, ਪਰਮੇਸ਼ਰ ਇੱਥੇ ਬਚਨ ਦੇ ਨਾਲ ਕਹਿ ਰਿਹਾ ਆ, ਬਚਨ 'ਚੋਂ ਕਹਿ ਰਿਹਾ ਆ। ਅਸੀਂ ਨਹੀਂ ਕਿਸੇ ਦੀ ਨੁਕਤਾਚੀਨੀ ਕਰ ਸਕਦੇ, ਪਰ ਪਰਮੇਸ਼ਰ ਕਰ ਸਕਦਾ ਹੈ ਵੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਮੈਂ ਕਹੂੰਗਾ ਵੀ ਮੈਂ ਤਾਂ ਜਾਣਦਾ ਨਹੀਂ ਤੁਹਾਨੂੰ। ਪਰ ਇੱਥੇ ਪਰਮੇਸ਼ਰ ਕਹਿੰਦਾ ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਵਾਲੋ, ਕੋੜ੍ਹੀਆਂ ਨੂੰ ਸ਼ੁੱਧ ਕਰੋ। ਬਾਹਰੋਂ ਤਾਂ ਸਾਰਾ ਕੁਝ ਹੋ ਗਿਆ, ਪਰ ਹੁਣ ਅੰਦਰੋਂ ਜਿੰਨਾ ਚਿਕਰ 7 ਟੋਕਰੇ ਕੱਲ੍ਹ ਵੰਡੇ ਗਏ, 12 ਬਾਹਰੋਂ ਤਾਂ ਸ਼ੁੱਧ ਹੋ ਗਏ, ਪਰ ਅੱਜ 7 ਦੀ ਵਾਰੀ ਆਈ ਹੈ। ਜਿੰਨਾ ਚਿਕਰ 7 ਦੇ ਬਚਨ ਨੂੰ ਅੰਦਰ ਪੈਦਾ ਨਾ ਕੀਤਾ, ਤੂੰ ਬਚਨ ਨਾ ਖਾਧਾ, ਬਚਨ ਆਪਣੇ ਅੰਦਰ ਨਾ ਵਸਾਇਆ, ਸਿਰਫ ਜੀਭ ਤੱਕ ਹੀ ਰੱਖਿਆ, ਅੰਦਰ ਨਾ ਜਾਣ ਦਿੱਤਾ, ਉਹਨਾਂ ਚਿਕਰ ਤੇਰਾ ਅੰਦਰੋਂ ਕੋੜ ਨਹੀਂ ਜਾਣਾ, ਨਾ ਜੈਲਸ ਦਾ ਜਾਣਾ, ਨਾ ਵੈਰ ਦਾ ਜਾਣਾ। ਜਿਹਦੇ ਨਾਲ ਤੇਰਾ ਵੈਰ ਆ, ਉਹਦੀ ਗੱਲ ਸੁਣਦੇ ਸਾਰੀ ਤੇਰੀ ਸਕਿਨ ਜਿਹੜੀ ਹੈ ਨਾ ਡੈਡ ਹੋ ਜਾਂਦੀ ਆ, ਨਾਲ ਹੀ ਕਰੋਧ ਆ ਜਾਂਦਾ ਆ, ਕਿਉਂਕਿ ਇਹ ਤਾਂ ਮੇਰਾ ਵੈਰੀ ਆ। ਵੈਰ ਹੀ ਨਹੀਂ ਜਾਂਦੇ ਦਿਮਾਗ ਦੇ ਵਿੱਚੋਂ। ਹਜੇ ਕੋੜ ਆ, ਇਹ ਬਹੁਤ ਵੱਡਾ ਕੋੜ ਲੱਗਾ ਹੋਇਆ। ਪਰ ਇਹ ਜਦੋਂ ਅਸੀਂ ਪਰਮੇਸ਼ਰ ਦਾ ਸਾਡੇ ਅੰਦਰ ਬਚਨ ਜਾਊਗਾ ਨਾ, ਫਿਰ ਸਾਡੇ ਮਿਲਾਪ ਦੀ ਜੁੱਤੀ ਪੈਰਾਂ 'ਚ ਪੈ ਜਾਊਗੀ, ਫਿਰ ਸਾਡੇ ਅੰਦਰ ਸ਼ਾਂਤੀ ਆ ਜਾਊਗੀ, ਫਿਰ ਸਾਡੇ ਅੰਦਰ ਸ਼ਾਂਤੀ ਦਾ ਰਾਜਕੁਮਾਰ ਬੈਠੂਗਾ। ਜਦ ਸ਼ਾਂਤੀ ਦਾ ਰਾਜਕੁਮਾਰ ਯਿਸੂ ਮਸੀਹ ਬੈਠੂਗਾ ਤਾਂ ਫਿਰ ਸਾਡੇ ਅੰਦਰ ਆਨੰਦ ਪੈਦਾ ਹੋਊਗਾ। ਆਨੰਦ ਪੈਦਾ ਹੋਊਗਾ ਅਤੇ ਸਾਡੇ ਚਿਹਰੇ 'ਤੇ ਲਾਲੀਆਂ ਹੋ ਜਾਣਗੀਆਂ, ਸਾਡਾ ਚਿਹਰਾ ਖਿੜ ਜਾਊਗਾ, ਖੁਸ਼ੀ ਨਾਲ ਭਰਿਆ ਰਹੂਗਾ, ਨਾ ਸਤੂਗਾ ਅਤੇ ਨਾ ਕਿਸੇ ਨੂੰ ਸਤਾਊਗਾ, ਨਾ ਮੂੰਹ ਦੇ ਵਿੱਚੋਂ ਗਲਤ ਕੌੜੇ ਬੋਲ ਗਾਲਾਂ ਦੇ ਕੱਢੂਗਾ, ਨਾ ਬੋਲੂਗਾ, ਅਤੇ ਨਾ ਹੀ ਕਿਸੇ ਨੂੰ ਕਹੂਗਾ ਕਿ ਤੂੰ ਬੋਲਣ 'ਤੇ ਮਜਬੂਰ ਕਰੂਗਾ ਕਿਸੇ ਨੂੰ। ਇੱਦਾਂ ਦੇ ਕੰਮ ਨਹੀਂ ਕਰੂਗਾ ਕਿ ਦੂਜੇ ਨੂੰ ਬੋਲਣ 'ਤੇ ਮਜਬੂਰ ਕਰੇ। ਉਹੀ ਬੋਲਣ 'ਤੇ ਸ਼ੈਤਾਨ ਮਜਬੂਰ ਕਰਦਾ ਆ, ਗੰਦਗੀ ਬੋਲਣ 'ਤੇ, ਜਾਂ ਬੋਲਦਾ ਆ ਅਤੇ ਉਹੀ ਬੋਲਦਾ ਆ। ਸੋ ਇਹ ਸਾਡੇ ਕੋੜ ਜਿਹੜੇ ਅੰਦਰ ਦੇ ਇਹ ਨਿਕਲਣ, ਹੰਕਾਰ ਦਾ ਭੂਤ ਸਾਡੇ ਅੰਦਰੋਂ ਨਿਕਲੇ। ਬਾਹਰ ਦੇ ਭੂਤ ਤਾਂ ਕੱਢਣੇ ਜ਼ਰੂਰ ਔਖੇ ਆ, ਪਰ ਪਰਮੇਸ਼ਰ ਕੱਢਦਾ ਆ। ਯਿਸੂ ਮਸੀਹ ਦੇ ਨਾਂ ਦੇ ਵਿੱਚ ਨਿਕਲਦੇ ਆ, ਦਾਸ ਕੱਢਦੇ ਆ, ਪ੍ਰਭੂ ਦੇ ਨਾਂ ਦੇ ਵਿੱਚ ਪ੍ਰਭੂ ਕੱਢਦਾ ਆ, ਦਾਸਾਂ ਕੋਲੋਂ ਕਢਵਾਉਂਦਾ ਆ। ਪਰ ਅੰਦਰ ਦੇ ਭੂਤ ਜਿਹੜੇ ਹੰਕਾਰ ਦੇ ਭੂਤ ਆ, ਉਹ ਜਿੰਨਾ ਚਿਕਰ ਆ 7 ਦੇ ਬਚਨ ਨੂੰ ਤੁਸੀਂ ਪ੍ਰਭੂ ਦੇ ਟੁਕੜੇ ਟੁਕੜੇ ਕੀਤੇ ਹੋਏ ਇਹ ਨਾ ਖਾਓਗੇ ਨਾ, ਉਹਨਾਂ ਚਿਕਰ
ਉਹਨਾਂ ਚਿਕਰ ਸਾਧ ਸੰਗਤਿਓ, ਕਲੀਸਿਆ, ਪ੍ਰਭੂ ਦੇ ਦਾਸੋ, ਪ੍ਰਭੂ ਦੇ ਬੱਚਿਓ, ਭੈਣੋ ਤੇ ਭਰਾਵੋ, ਪ੍ਰਭੂ ਦੀਆਂ ਨੰਨਿਓ ਗੋਦ ਦੇ ਬੱਚਿਓ, ਸਮਝ ਲਵੋ ਉਹਨਾਂ ਚਿਕਰ ਮੈਂ ਵੀ ਵਿੱਚ ਹੀ ਹਾਂ ਤੁਹਾਡੇ। ਉਹਨਾਂ ਚਿਕਰ ਸਾਡੇ ਕ੍ਰੋਧ ਦੇ ਭੂਤ, ਜਿਹੜਾ ਨਾ ਕ੍ਰੋਧ ਦਾ ਭੂਤ ਸਾਡੇ 'ਚ ਵਸਿਆ, ਜਾਂ ਹੰਕਾਰ ਦਾ ਵਸਿਆ ਹੋਇਆ, ਜਾਂ ਵੈਰ ਦਾ ਵਸਿਆ ਹੋਇਆ, ਇਹ ਕੋੜ ਜਿਹੜਾ ਸਾਨੂੰ ਲੱਗਾ ਨਾ, ਕੋੜ, ਇਹ ਕੋੜ ਨਹੀਂ ਉਹ ਹਟਣਾ। ਯਾਦ ਰੱਖੋ, ਬਚਨ ਨੂੰ ਪੜ੍ਹੋ ਤੇ ਬਚਨ ਤੇ ਚੱਲੋ, ਪੜ੍ਹੋ, ਸੁਣੋ ਤੇ ਚੱਲੋ। ਥੋੜ੍ਹਾ ਪੜ੍ਹੋ, ਪੜ੍ਹ ਕੇ ਗੱਡੀਆਂ ਨਾ ਲੱਦੋ, ਥੋੜ੍ਹਾ ਪੜ੍ਹੋ, ਥੋੜ੍ਹੇ ਪੇਜ ਥੱਲੋ ਸਾਰੀ ਬਾਈਬਲ ਵਿੱਚੋਂ, ਇੱਥੋਂ ਉੱਥੋਂ। ਅਸੀਂ ਕਈ ਵਾਰੀ ਇੱਦਾਂ ਹੁੰਦੀ ਚਰਚ ਵਿੱਚ ਜਾ ਕੇ, ਇੱਥੋਂ ਬਚਨ ਕੱਢਿਓ, ਫਿਰ ਇੱਥੋਂ ਬਚਨ ਕੱਢਿਓ, ਫਿਰ ਇੱਥੋਂ ਬਚਨ ਕੱਢਿਓ, ਫਿਰ ਇੱਥੋਂ ਕੱਢਿਓ। ਉਹ ਕੱਢਦੇ ਸਾਡੀ ਜਿਹੜੀ ਦਿਮਾਗ ਦੀ ਟੈਨਸ਼ਨ ਆ ਸਾਰੀ ਉਹ ਪੰਨਿਆਂ ਦੇ ਵਿੱਚ, ਇੱਕ ਥੱਲਣ ਦੇ ਵਿੱਚ। ਇੱਥੋਂ ਓਕੇ, ਹੁਣ ਇਹ ਦੋ ਗੱਲਾਂ ਬੋਲ, ਇਹ ਹੁਣ ਇੱਥੋਂ ਉਹ ਦੋ ਗੱਲਾਂ ਬੋਲੀਆਂ ਗਈਆਂ, ਹੁਣ ਉਹ ਦੋ ਉੱਥੋਂ, ਤੇ ਯਾਦ ਕੁਛ ਵੀ ਨਹੀਂ। ਇਹਦੇ ਵਿੱਚ ਸਾਡੀ ਕੋਈ ਵਡੱਤਣ ਨਹੀਂ ਹੈਗੀ। ਇਹਦੇ ਵਿੱਚ ਅਸੀਂ ਬਹੁਤ ਵੱਡੇ, ਵਾਧੂ ਤੇ ਬਹੁਤ ਗੁਣਵਾਨ ਨਹੀਂ ਬਣ ਜਾਂਦੇ। ਗੁਣਵਾਨ ਜਿਹੜੇ ਆ ਨਾ, ਗੁਣ ਪਰਮੇਸ਼ਰ ਦੇ, ਉਹ ਦੋ ਅੱਖਰਾਂ ਦੇ ਨਾਲ ਹੀ ਜੁੜੇ ਹੋਏ ਆ। ਉਹ ਇੱਕ ਅੱਖਰ ਦੇ ਨਾਲ, ਪ੍ਰੇਮ ਦੇ ਵਿੱਚ ਜੁੜੇ ਹੋਏ ਆ ਸਾਰੇ। ਉਹ ਨੇਚਾ 'ਚ ਜੁੜੇ ਆ। ਦੇਖੋ ਇਹਨਾਂ ਦੇ ਆਪਾਂ ਥੋੜ੍ਹੇ ਜਿਹੇ ਥਾਂ 'ਚ ਅਟਕ ਗਏ ਹਾਂ, ਤੇ ਟਾਈਮ ਜਾ ਰਿਹਾ ਆ। ਟਾਈਮ ਨੂੰ ਕਿੱਦਾਂ ਫੜ ਕੇ ਰੱਖਣਾ ਆ। ਤੇ ਪਰ ਇੱਕ ਗੱਲ ਆ, ਅਸੀਂ ਸਮਝਣਾ ਆ ਇਸ ਚੀਜ਼ ਨੂੰ, ਤੇ ਸਾਡੇ ਕੋਡ ਅੰਦਰੋਂ ਕਿੱਦਾਂ ਜਾਣੇ ਆ, ਸਾਡੇ ਵਿਰੋਧ ਅੰਦਰੋਂ ਕਿੱਦਾਂ ਜਾਣੇ ਆ। ਅਸੀਂ ਇਸ ਚੀਜ਼ 'ਤੇ ਜ਼ੋਰ ਦੇਣਾ। ਸਾਡੇ ਅੰਦਰ ਰੋਜ਼ ਦੀਆਂ 60 ਤੋਂ 70 ਹਜ਼ਾਰ ਥੋਟਾਂ ਆਉਂਦੀਆਂ ਆ। ਅਸੀਂ ਕਹਿੰਦੇ ਦੂਜੇ ਹੱਥ ਨੂੰ ਨਾ ਪਤਾ ਲੱਗੇ, ਹੱਥਾਂ ਨੂੰ ਵੀ ਲੱਗ ਗਿਆ। ਉਹ ਗੱਲ ਉੱਥੇ ਫਿਰ ਆਈ ਕਿ ਹੱਥ ਨੂੰ ਨਾ ਪਤਾ ਲੱਗੇ, ਭਾਵ ਕਿ ਹੱਥ ਕਿਹੜੇ ਦੀ ਗੱਲ ਫਿਰ ਪਰਮੇਸ਼ਰ ਨੇ ਕੀਤੀ, ਹੱਥਾਂ ਦੀ। ਦੂਜਾ ਹੱਥ ਕੌਣ ਆ? ਆਹ ਹੱਥ ਦੀ ਗੱਲ ਨਹੀਂ ਪਰਮੇਸ਼ਰ ਕਰਦਾ। ਇਹਨਾਂ ਹੱਥਾਂ ਨੂੰ ਪਤਾ ਲੱਗ ਗਿਆ, ਘਰ ਦੇ ਪਰਿਵਾਰ ਨੂੰ ਪਤਾ ਲੱਗ ਗਿਆ, ਪਾਸਟਰ ਨੂੰ ਦਿੱਤਾ ਗਿਆ ਲਿਫਾਫੇ 'ਚ ਪਾ ਕੇ, ਉਹਨੂੰ ਪਤਾ ਲੱਗ ਗਿਆ, ਪਾਸਟਰ ਦੇ ਪਰਿਵਾਰ ਨੂੰ ਪਤਾ ਲੱਗ ਗਿਆ, ਤਕਰੀਬਨ ਪਾਸਟਰ ਦੇ ਚੇਲਿਆਂ ਨੂੰ ਵੀ ਪਤਾ ਲੱਗ ਗਿਆ। ਕਦੀ ਹੋ ਨਹੀਂ ਸਕਦਾ ਨਾ ਲੱਗੇ, ਲੱਗ ਗਿਆ। ਇਹ ਗਲਤ ਤਾਂ ਫਿਰ ਦ੍ਰਿਸ਼ਟਾਂਤ ਦੇ ਹਿਸਾਬ ਨਾਲ ਤੇ ਸਹੀ ਨਹੀਂ ਟੁਕੀ। ਸਹੀ ਕੀ ਪਰਮੇਸ਼ਰ ਨੇ ਕਿਹਾ? ਦੂਜਾ ਹੱਥ ਹੈਗਾ ਸ਼ੈਤਾਨ ਦਾ, ਇੱਕ ਹੈਗਾ ਪਰਮੇਸ਼ਰ ਦਾ, ਤੇ ਇੱਕ ਹੈਗਾ ਸ਼ੈਤਾਨ ਦਾ। ਇਹ ਦੋ ਹੱਥ ਆ। ਇਹਨਾਂ ਦੇ ਵਿੱਚੋਂ ਜਦੋਂ ਤੁਸੀਂ ਕਿਸੇ ਨੂੰ ਭੇਟਾ ਕਰਦੇ ਆ, ਸੇਵਾ ਕਿਸੇ ਦੀ, ਕਿਸੇ ਗਿਆਨੀ ਦੀ, ਕਿਸੇ ਸੰਤ ਦੀ, ਕਿਸੇ ਵਿਦਵਾਨ ਦੀ, ਕਿਸੇ ਪਾਸਟਰ ਦੀ, ਜਿੱਥੇ ਵੀ ਸੇਵਾ ਕਰਦੇ ਆ ਨਾ, ਉੱਥੇ ਤੁਹਾਡੇ ਦੂਜੇ ਹੱਥ ਨੂੰ, ਭਾਵ ਕਿ ਸ਼ੈਤਾਨ ਨੂੰ ਪਤਾ ਨਾ ਲੱਗੇ। ਜਿੱਦਾਂ ਕਹਿੰਦੇ ਨਾ, ਜਦੋਂ ਅਸੀਂ ਬਚਨ ਦੇ ਵਿੱਚ ਬੋਲਦੇ ਹਾਂ ਪਰਮੇਸ਼ਰ ਦੀ ਭਾਸ਼ਾ, ਜਿਸ ਲਈ ਪਰਮੇਸ਼ਰ ਦੀ ਭਾਸ਼ਾ ਸਾਡੇ ਜ਼ੁਬਾਨ ਦੇ ਉੱਤੇ ਰੱਬਾ 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 ਬਾਬਾ ਮਾਸਾ ਸੇਕੇ ਬੀਰੀ ਸੰਦਰੋ ਰੀਖਾ ਵਾਖਾ ਸਕ ਸ਼ੰਦਰ ਬਾਕਾ ਨਾ ਕਸੀਕੀਓ ਮਾਰੀਓ ਤਾਕਰਾ ਬਾਬਾ ਸੇਕੀ ਰ ਬਾਬਾ ਹੰਦਰੋ ਰੀਗਾ ਮਾਸੋ ਸਾਕੋ ਪਾਸ਼ਿਸ਼ੀ ਕਸ਼ਕਾ ਬਾਬਾ ਬਾਬਾ ਬਾਬਾ। ਉਹ ਭਾਸ਼ਾ ਜਿਹੜੀ ਆ ਸ਼ੈਤਾਨ ਨਹੀਂ ਸਮਝਦਾ, ਉਹ ਪਰਮੇਸ਼ਰ ਨਾਲ ਗੱਲਾਂ ਹੁੰਦੀਆਂ। ਇਹ ਭਾਸ਼ਾ ਨੂੰ ਸ਼ੈਤਾਨ ਨਹੀਂ ਸਮਝਦਾ। ਤੇ ਇਸੇ ਤਰ੍ਹਾਂ ਹੀ ਜਦੋਂ ਕਿਸੇ ਦੀ ਭੇਟਾ ਸੇਵਾ ਕੀਤੀ ਜਾਵੇ, ਭਾਵ ਕਿ ਸ਼ੈਤਾਨ ਦੇ ਤੇਰੇ ਅੰਦਰ ਰੰਚ ਕਮਾਤਰ ਵੀ ਇਹ ਨਾ ਆਵੇ ਵੀ ਮੈਂ ਕੀਤਾ। ਜੇ ਮੈਂ ਕੀਤਾ ਤੇ ਸ਼ੈਤਾਨ ਨੇ ਸੁਣ ਲਿਆ। ਜੇ ਅੱਖਾਂ 'ਚ ਹੰਝੂ ਆ ਤੇ ਸ਼ੈਤਾਨ ਹੁਣੀ ਨੇੜੇ ਵੀ ਨਹੀਂ ਆ ਸਕਦੇ, ਕਿਉਂਕਿ ਤੂੰ ਤਾਂ ਵਰਦੀ ਪਾਈ ਆ ਪਰਮੇਸ਼ਰ ਦੀ। ਸ਼ੈਤਾਨ ਕਿੱਥੇ ਆ ਜਾਊਗਾ? ਵੈਰੀ ਕਿੱਦਾਂ ਆ ਜਾਊਗਾ? ਲੂਸੀਫਰ ਕਿੱਦਾਂ ਆ ਜਾਊਗਾ? ਤੂੰ ਤਾਂ ਸੱਚਾਈ ਦੇ ਨਾਲ ਆਪਣੀ ਕਮਰ ਕੱਸੀ ਹੋਈ ਆ। ਅਫਸੀਆਂ 6 'ਚ ਲਿਖਿਆ ਨਾ, ਸੱਚਾਈ ਨਾਲ ਕਮਰ ਕੱਸ ਲਵੋ, ਪਰਾਕਰਮ 'ਚ ਤਕੜੇ ਵਰਦੀ ਪਾ ਕੇ ਖੜੇ ਹੋ ਜਾਵੋ ਸ਼ੈਤਾਨ ਦੇ ਛਲ ਛਦਰਾਂ ਦੇ ਸਾਹਮਣੇ, ਕਿ ਤੁਹਾਡੀ ਲੜਾਈ ਲਹੂ ਮਾਸ ਨਾਲ ਨਹੀਂਗੀ। ਤੁਹਾਡੀ ਲੜਾਈ ਅੰਧਕੋਰ ਦੇ ਮਹਾਰਾਜਿਆਂ ਨਾਲ, ਤੇ ਅੰਧਕੋਰ ਦੀਆਂ ਹਕੂਮਤਾਂ ਨਾਲ, ਤੇ ਅੰਧਕੋਰ ਦੀਆਂ ਸੈਨਾ ਦੇ ਨਾਲ ਆ। ਤੇ ਇਹ ਸੈਨਾ ਜਿਹੜੀ ਹੈ ਨਾ ਅੰਧਕੋਰ ਦੀ, ਇਹਦੇ ਨਾਲ ਪਰਮੇਸ਼ਰ ਕਹਿੰਦਾ ਫਿਰ ਪਹਿਲਾਂ ਆਪਣੀ ਕਮਰ ਕੱਸ ਲਾ ਸੱਚਾਈ ਨਾਲ, ਤੇ ਧਰਮ ਦੀ ਸੰਜੋ ਪਹਿਨ ਲਾ, ਮਿਲਾਪ ਦੀ ਖੁਸ਼ਖਬਰੀ ਦੀ ਪੈਰਾਂ 'ਚ ਜੁੱਤੀ ਪਾ ਲਾ, ਨੇਚਾ ਦੀ ਢਾਲ ਲਾ ਲਾ, ਤਾਂ ਕਿ ਵੈਰੀ ਦੇ
ਅਗਣਵਾਣਾਂ ਨੂੰ ਛਲ ਛਿੱਦਰ ਜਿਹੜੇ ਆ ਨਾ ਅਗਣਵਾਣ, ਉਹਨਾਂ ਨੂੰ ਤੂੰ ਬੁਝਾ ਸਕੇ। ਮੁਕਤੀ ਦਾ ਟੂਪ ਲੈ ਲਾ, ਆਤਮਾ ਦੀ ਤਲਵਾਰ ਲੈ ਲਾ, ਸੱਜੇ ਹੱਥ ਦੀ ਪਰਮੇਸ਼ਰ ਦੀ, ਦੋ ਧਾਰੀ ਤਲਵਾਰ ਸੱਜੇ ਹੱਥ ਦੀ ਪਰਮੇਸ਼ਰ ਦੀ ਬਾਣੀ ਲੈ ਲਵੋ। ਪਲੂਸ ਕਹਿੰਦਾ ਮੇਰੇ ਲਈ ਵੀ ਪ੍ਰਾਰਥਨਾ ਕਰੋ, ਭਾਵ ਕਿ ਸਭ ਸੰਤਾਂ ਲਈ ਪ੍ਰਾਰਥਨਾ ਕਰੋ, ਆਪਣੇ ਆਪ ਲਈ ਵੀ ਕਰੋ। ਜਦ ਅਸੀਂ ਮੂੰਹ ਖੋਲੀਏ ਖੁਸ਼ਖਬਰੀ ਦੇ ਭੇਦਾਂ ਨੂੰ ਖੋਲੀਏ। ਹਰ ਵੇਲੇ ਪ੍ਰਾਰਥਨਾ 'ਚ ਕਹਿੰਦਾ ਪਲੂਸ, ਹਰ ਵੇਲੇ ਪਰਮੇਸ਼ਰ ਪਲੂਸ ਨੂੰ ਕਹਿੰਦਾ ਕਹਿ ਹਰ ਵੇਲੇ ਪ੍ਰਾਰਥਨਾ ਬੇਨਤੀਆਂ ਕਰਦੇ ਰਹੋ। ਅਸੀਂ ਤਾਂ ਕਹਿੰਦੇ ਲੈ 2-4 ਮਿੰਟ ਹੀ ਪਰਮੇਸ਼ਰ ਦਾ ਨਾਂ ਲਿਆ ਜਾਵੇ, ਮਨ ਲਾ ਕੇ ਲਿਆ ਜਾਵੇ, ਬੜਾ ਆ। ਇਹ ਕਹਿਣਾ ਹੀ ਸੌਖਾ ਹੈ ਇੱਦਾਂ ਮਨ ਲਾ ਕੇ। ਜਿਹੜਾ 10 ਘੰਟੇ ਕੰਮ ਕਰਦਾ ਅਤੇ ਕਮਾਈ ਅਤੇ ਪਰਮੇਸ਼ਰ ਦੇ ਲਈ 5 ਮਿੰਟ 10 ਮਿੰਟ 15 ਮਿੰਟ ਸਿਰਫ ਅੱਧਾ ਘੰਟਾ ਬਹੁਤ ਆ, ਬਹੁਤ ਆ। ਜਿੱਥੇ ਤੇਰਾ ਮਨ ਉੱਥੇ ਹੀ ਤੇਰਾ ਤਨ, ਜਿੱਥੇ ਤੇਰਾ ਮਨ ਉੱਥੇ ਤੇਰੀਆਂ ਸੋਚਾਂ। ਜਦੋਂ ਤੇਰਾ ਪਰਮੇਸ਼ਰ ਨਾਲ ਮਨ ਜੁੜੂਗਾ ਨਾ, ਤੂੰ ਇਕੱਲਾ ਹੀ ਅੰਦਰ ਦੀਆਂ ਸੰਗਤਾਂ ਦੇ ਵਿੱਚ ਬੈਠੇਗਾ, ਤੇਰਾ ਉੱਠਣ ਨੂੰ ਦਿਲ ਹੀ ਨਹੀਂ ਕਰੂਗਾ। ਤੂੰ ਸੋਚੇਗਾ ਟਾਈਮ ਕਿੱਥੇ ਉੱਡ ਗਿਆ, ਤੇਰੇ ਕੋਈ ਨਾਲ ਵੀ ਨਹੀਂ ਹੋਊਗਾ। ਤਾਂ ਹੀ ਤੇਰੇ ਅੰਦਰ ਦੀਆਂ ਸੰਗਤਾਂ ਜਿਹੜੀਆਂ ਪਰਮੇਸ਼ਰ ਦੀਆਂ ਦੂਤ ਗੱਲਾਂ ਕਰਦੇ ਆ ਅਤੇ ਤੈਨੂੰ ਲਾਲੀਆਂ ਚੜ੍ਹ ਰਹੀਆਂ, ਖੁਸ਼ੀ, ਆਨੰਦ, ਪਤਾ ਨਹੀਂ ਰਾਤ ਕਿੱਥੇ ਬੀਤਦੀ ਜਾ ਰਹੀ। ਕਿੰਨੀ ਖੁਸ਼ੀ ਹੈ, ਕਿੰਨਾ ਆਨੰਦ ਆ। ਤੋ ਪਰਮੇਸ਼ਰ ਸਾਨੂੰ ਇਹਨਾਂ ਚੀਜ਼ਾਂ ਤੋਂ ਇੱਧਰ ਨੂੰ ਮੋੜ ਕੇ ਲਿਆਉਂਦਾ ਆ ਕਿ ਇਹ ਸੱਜੇ ਹੱਥ ਦੀ ਦੂਜੇ ਹੱਥ ਨੂੰ ਨਾ ਪਤਾ ਲੱਗ ਜਾਵੇ, ਦੂਜੀ ਕੋਈ ਮੁੱਠ 'ਚ ਇੱਦਾਂ ਦਿੱਤਾ ਜਾਵੇ ਉਹ ਦੂਜੇ ਹੱਥ ਦੀ ਗੱਲ, ਇਹਨਾਂ ਹੱਥਾਂ ਦੀ ਤਾਂ ਗੱਲ ਹੈ ਹੀ ਨਹੀਂ। ਗੱਲ ਤਾਂ ਸਾਡੀ ਸ਼ੈਤਾਨ ਦੀ ਆ ਕਿ ਦਿੱਤਾ ਅਤੇ ਦੇ ਕੇ ਤਾਂ ਫਿਰ ਮਨ ਵਿੱਚ ਆਇਆ ਵੀ ਮੈਂ ਤਾਂ ਬਹੁਤ ਕੀਤਾ ਆ, ਮੈਂ ਤਾਂ ਬਹੁਤ, ਹੌਲੀ ਹੌਲੀ ਸਾਰਿਆਂ ਨੂੰ ਸਰਕ ਦੱਸੀ ਵੀ ਜਾ ਰਿਹਾ ਆ, ਹੱਥ ਨੂੰ ਪਤਾ ਨਾ ਲੱਗੇ। ਦੇਖੋ ਇਹ ਗੱਲਾਂ ਜਿਹੜੀਆਂ ਬਹੁਤ ਡੂੰਘੀਆਂ ਆ ਪਰਮੇਸ਼ਰ ਦੀਆਂ ਬਾਤਾਂ, ਸ਼ੈਤਾਨ ਨੂੰ ਪਤਾ ਨਾ ਲੱਗੇ। ਭਾਵ ਕਿ ਜਦੋਂ ਤੂੰ ਸੇਵਾ ਕਰੇ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਹੋਣ ਕਿ ਪ੍ਰਭੂ ਚਾਹੇ ਟਕਾਇਆ ਅਤੇ ਚਾਹੇ 100 ਆ, ਤੂੰ ਜਾਣਦਾ ਆ ਤੇਰੀ ਕਮਾਈ 'ਚੋਂ ਆ, ਮੇਰਾ ਕੋਈ ਦਸਵੰਧ ਨਹੀਂ ਹੈਗਾ, ਨਾ ਮੈਂ ਦਸਵੰਧ ਦੇਣ ਜੋਗਾ ਆ, ਨਾ ਮੇਰਾ ਹੱਕ ਆ ਕੋਈ ਦਸਵੰਧ ਦੇਣ ਦਾ। ਪ੍ਰਭੂ ਮੈਨੂੰ ਤੂੰ ਦਸਵੰਧ ਦੇ, ਚਾਹੇ 5 ਹਿੱਸਾ ਦੇ, ਜੋ ਦੇਣਾ ਦੇ, ਚਾਹੇ 1 ਹਿੱਸਾ ਦੇ, ਮੈਂ ਵੰਡਾਂ ਅਤੇ ਮੈਂ ਖਾਵਾਂ, ਅਤੇ ਇਹ ਸਭ ਕੁਛ ਤੇਰਾ ਆ। ਮੈਂ ਦਸਵੰਧ ਕਿੱਥੋਂ ਦੇਣਾ, ਮੈਂ ਹੈ ਕੌਣ? ਦਸਵੰਧ ਸ਼ਰਮ ਆਉਣੀ ਚਾਹੀਦੀ ਸਾਨੂੰ ਦਸਵੰਧ ਲਈ। ਤਾਂ ਅਸੀਂ ਪਰਮੇਸ਼ਰ ਨੂੰ ਦਸਵੰਧ ਦਈਏ, ਸਭ ਕੁਛ ਤਾਂ ਪਰਮੇਸ਼ਰ ਦਾ, ਅਤੇ ਦਸਵੰਧ ਅਸੀਂ ਦਈਏ। ਪਰਮੇਸ਼ਰ ਭੁੱਖਾ ਸਾਡੇ ਦਸਵੰਧ ਦਾ ਨਹੀਂ। ਅਸੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੇਣਾ ਨਹੀਂ, ਕਿ ਸਭ ਕੁਛ ਪਰਮੇਸ਼ਰ ਦਾ ਆ, ਭਾਵੇਂ ਸਾਰਾ ਹੀ ਦੇ, ਵੱਧ ਤੋਂ ਵੱਧ ਦੇ, ਜਿੰਨਾ ਮਰਜ਼ੀ ਦੇ। ਪਰ ਦਸਵੰਧ ਦਾ ਮਤਲਬ ਇਹ ਆ ਕਿ ਦਸਵੰਧ ਹੋਰ ਬਥੇਰੇ ਆ ਨਾਲ, ਉਹਨਾਂ ਦੀ ਕਦੀ ਗੱਲ ਨਹੀਂ ਕੀਤੀ, ਇੱਕੋ ਦਸਵੰਧ ਦੇ ਦੁਆਲੇ ਹੋ ਗਏ। ਹੁਣ ਸਾਡੀ 70,000 ਘੱਟ ਤੋਂ ਘੱਟ 60 ਤੋਂ 65 70,000 ਦੀ ਥੋਟ ਸਾਡੇ ਅੰਦਰ ਆਉਂਦੀਆਂ, ਇੱਥੇ ਬ੍ਰੇਨ 'ਚ ਚੱਲਣ ਦੇ ਬ੍ਰੇਨ ਛੂੰ ਚੱਲਦੀ ਆ ਸੋਚਾਂ ਦੇ ਨਾਲ। ਕਿਸੇ ਦੀ ਬਹੁਤ ਤੇਜ਼ ਚੱਲਦੀ ਤਾਂ 70,000 ਤੱਕ, ਕਿਸੇ ਦੀ ਥੋੜ੍ਹੀ ਘੱਟ ਚੱਲਦੀ ਅਤੇ 65 ਤੱਕ, ਕਿਸੇ ਦੀ ਉਦੋਂ ਘੱਟ ਆ ਜੇ ਅਤੇ 60,000 ਤਾਈਂ ਰੋਜ਼ ਦੀ ਸ਼ੈਤਾਨ ਦੀ ਕਮਾਈ, ਗਲਤ ਥੋਟਾਂ ਦੀ। ਉਹ ਕਹਿੰਦਾ ਜਿਹੜੀ ਮੇਰੀ ਕਮਾਈ ਨਹੀਂ, ਜਿਹੜਾ ਮੈਂ ਤੈਨੂੰ ਦਿੱਤਾ ਤੂੰ ਮੇਰੇ ਵਿੱਚੋਂ ਲਿਆ, ਉਹ ਤਾਂ ਸਾਰੇ ਦਾ ਸਾਰਾ ਹੈ ਹੀ ਪ੍ਰਭੂ ਦਾ। ਪ੍ਰਭੂ ਕਹਿੰਦਾ ਉਹ ਲਿਆ ਜਿਹੜਾ ਮੇਰਾ ਨਹੀਂ, ਜਿਹੜਾ ਮੇਰੇ ਵੱਲੋਂ ਨਹੀਂ। ਲਿਖਿਆ ਬਾਣੀ ਵਿੱਚ ਕਿ ਜਿਹੜੇ ਤੇਰੇ ਨਾਲ ਝਗੜਦੇ ਉਹ ਮੇਰੇ ਵੱਲੋਂ ਨਹੀਂ, ਜਿਹੜਾ ਤੇਰੇ ਨਾਲ ਝਗੜੇ ਉਹ ਤੇਰੀ ਕਾਰਨ ਡਿੱਗੂਗਾ। ਪਰਮੇਸ਼ਰ ਉਹਨਾਂ ਨੂੰ ਇਸ ਤਰ੍ਹਾਂ ਦੇ ਬਚਨ ਬੋਲਦਾ ਹੈ, ਜਿਹੜੇ ਉਹਦੇ ਬੱਚੇ ਬਣ ਜਾਣ, ਉਹਨਾਂ ਨੂੰ ਛਾਤੀ ਨਾਲ ਲਾਉਂਦਾ ਆ, ਉਹਨਾਂ ਨੂੰ ਦੁੱਖ ਨਹੀਂ ਦਿੰਦਾ। ਇਸੇ ਤਰ੍ਹਾਂ ਇਹ ਜਿਹੜੀਆਂ ਥੋਟਾਂ ਆ ਸਾਡੇ ਅੰਦਰ, ਕਹਿੰਦਾ ਲਿਆਓ, ਪਾਓ ਮੇਰੀ ਝੋਲੀ ਵਿੱਚ ਲਿਆ ਕੇ ਗੰਦੀਆਂ ਥੋਟਾਂ। ਪਰਮੇਸ਼ਰ ਨੂੰ ਕਿੰਨਾ ਹਿੱਸਾ ਬਣ ਜਾਂਦਾ? 70,000 ਦਾ 7,000 ਰੋਜ਼ ਦਾ ਲੈ ਕੇ ਜਾਓ। ਪ੍ਰਭੂ ਜੀ ਜਲਸ ਆਈ ਸੀ, ਹੰਕਾਰ ਆਇਆ ਸੀ, ਵੈਰ ਆਇਆ ਸੀ, ਕਿਸੇ ਨੂੰ ਗਾਲ ਕੱਢੀ ਸੀ, ਮੰਦਾ ਬੋਲਿਆ ਸੀ, ਜਲਸ ਕੀਤੀ ਸੀ, ਕ੍ਰੋਧ ਕੀਤਾ ਸੀ, ਪ੍ਰਭੂ ਮਾਰਤਾ ਹਾਂ ਪ੍ਰਭੂ ਦੇ ਚਰਨਾਂ ਦੇ ਵਿੱਚ, ਅਤੇ ਰੋ ਨਾ ਵੜ ਕੇ ਕੋਠੜੀ 'ਚੋਂ। ਕਹਿੰਦਾ ਮੈਂ ਤੇਰੀਆਂ ਬੁੱਬਾਂ ਨੂੰ ਸੁਣੂੰਗਾ। ਤੂੰ ਕੋਠੜੀ ਵਿੱਚ ਵੜ ਕੇ ਬੂਹਾ ਭੇੜ ਕੇ, ਹਿਰਦੇ ਦੀ ਕੋਠੜੀ, ਇੱਕ ਤੇਰੇ ਕਮਰੇ 'ਚ ਵੀ ਕੋਠੜੀ, 2 ਕੋਠੜੀ,
ਹਿਰਦੇ ਦੀ ਕੋਠੜੀ 'ਚ ਵੜੇਗਾ ਨਾ ਜਦੋਂ, ਹੰਝੂ ਆਪੇ ਹੀ ਆਉਣਗੇ। ਤੈਨੂੰ ਆਪਣੇ ਵਿਛੋੜਾ ਆਪੇ ਪਤਾ ਲੱਗੂਗਾ ਕਿ ਮੈਂ ਕਿੱਥੋਂ ਪਰਮੇਸ਼ਰ ਦੀ ਹੋਂਦ ਤੋਂ ਵਿਛੜ ਗਿਆ ਹਾਂ, ਅਤੇ ਮੈਂ ਇਹਨਾਂ ਗੱਲਾਂ ਕਰਕੇ ਵਿਛੜ ਗਿਆ ਹਾਂ। 60 ਹਜ਼ਾਰ ਜਿਹੜਾ ਮੇਰੇ ਮੂਹਰੇ ਢੇਰੀ ਲਾਉਂਦਾ, 70 ਹਜ਼ਾਰ ਦੀ ਵੈਰੀ ਸ਼ੈਤਾਨ ਹੈਂ, ਉਹ ਚੱਕ ਢੇਰੀਆਂ ਲਾਈ ਜਾਂਦਾ, ਢੇਰੀਆਂ ਲਾਈ ਜਾਂਦਾ। ਇਹਨਾਂ ਨੂੰ ਸੰਭਾਲੀ ਜਾਣਾ ਤੂੰ, ਇਹਨਾਂ ਦੀਆਂ ਪੰਡਾਂ ਬੰਨ੍ਹੀ ਜਾਣੀਆਂ। ਇਹ ਚੁੱਕ ਨਹੀਂ ਹੋਣੀਆਂ ਜਦੋਂ ਤੂੰ ਜਾਣਾ ਇਸ ਧਰਤੀ ਤੋਂ। ਇਹ ਪੰਡਾਂ ਚੁੱਕ ਨਹੀਂ ਹੋਣੀਆਂ, ਬਹੁਤ ਭਾਰੀਆਂ ਆ ਇਹ ਪੰਡਾਂ। ਹਲਕਾ ਝੂਲਾ ਲੈ ਲਾ, ਪਰਮੇਸ਼ਰ ਕਹਿੰਦਾ ਆਓ ਭਾਰਾ ਝੂਲਾ ਲੈ ਕੇ ਮੈਨੂੰ ਦੇ ਦਿਓ, ਹਲਕਾ ਲੈ ਜਾਓ। ਇਹ ਸਾਰੀਆਂ ਥੋਟਾਂ ਜਿੰਨੀਆਂ ਨਾ ਸਾਡੇ ਰੋਜ਼ ਦਿਮਾਗ ਦੇ ਵਿੱਚ ਤੁਰਦੀਆਂ ਆ। ਕਈ ਕਹਿੰਦੇ ਨਾ ਵੀ ਬਚਨ ਪੜ੍ਹਨ ਲੱਗੀ ਤਾਂ ਮਨ ਇੱਧਰ ਜਾਂਦਾ, ਮਨ ਉੱਧਰ ਜਾਂਦਾ, ਮਨ ਉਹ ਥੋਟਾਂ ਹੀ ਆ ਨਾ ਸਾਰੀਆਂ, ਜਿਹੜੀਆਂ ਕਦੀ ਨਹੀਂ ਆਈਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਸ ਵੇਲੇ। ਜਿਨ੍ਹਾਂ ਦਾ ਮਨ ਨਹੀਂ ਪਰਮੇਸ਼ਰ ਵੱਲ, ਜਿੱਧਰ ਆ ਮਨ ਉੱਥੇ, ਜਿੱਧਰ ਤਨ ਉੱਥੇ ਜਾਊ ਤੁਹਾਡਾ ਮਨ। ਜਿਸ ਬਿਰਛ 'ਤੇ ਬੈਠੋਗੇ ਉਹੋ ਜਿਹਾ ਫਲ ਖਾਓਗੇ। ਅੱਠੇ ਪੈਰ ਦੇਖਣ ਨੂੰ ਦੁਨੀਆ ਦੀਆਂ ਮੂਵੀਆਂ, ਦੁਨੀਆ ਦੇ ਗਾਣੇ, ਦੁਨੀਆ ਦੇ ਝੂਠੇ ਨੱਚੇ ਨਾਚ, ਇਹ ਤਾਂ ਅੱਠੇ ਪੈਰ ਸੁੱਝਦੇ ਆ। ਅੱਠੇ ਪੈਰ ਦਾ ਧਿਆਨ ਹੋਰ ਪਾਸੇ ਚੱਲਦਾ ਆ, ਜਲਸ ਵੱਲ, ਵੈਰ ਵੱਲ, ਵਿਰੋਧ ਵੱਲ, ਹੰਕਾਰ ਵੱਲ। ਅਤੇ ਉਹ ਕਦੀ ਕਾਬੀ ਜਿਹੜਾ ਉਹ ਵੀ ਚੜ੍ਹਦਾ ਕਾਬੂ ਪਵੇ ਪਿਆਲੇ, ਅਤੇ ਪਾਪੀ ਜਿਹੜਾ ਥਰਨਾ ਰਹਿਤਾ ਚਾਰੇ ਕੁੰਟਾਂ ਪਾਲੇ। ਬਸ ਥਿਰ ਰਹਿੰਦਾ ਹੀ ਨਹੀਂ, ਮਨ ਟਿਕਦਾ ਹੀ ਨਹੀਂ, ਲਾਲੀ ਅੰਦਰ ਚੜ੍ਹਦੀ ਨਹੀਂ, ਹੰਝੂ ਪ੍ਰੇਮ ਦੇ ਆਉਂਦੇ ਹੀ ਨਹੀਂ। ਅਤੇ ਜੇ ਕਿਸੇ ਦੇ ਆਉਂਦੇ ਆ ਤਾਂ ਉਹਨੂੰ ਟਿਚਰਾਂ ਕਰਦਾ। ਰੱਬ ਨੂੰ ਇੱਦਾਂ ਮਿਲ ਹੁੰਦਾ, ਜਿੰਨਾ ਚਿਕਰ ਨਾ ਪਰਸੂਤ ਦੀ ਸੂਲਾ ਦੇ ਵਿੱਚੋਂ ਮਾਂ ਨਹੀਂ ਲੰਘਦੀ, ਉਹ ਮਾਂ ਖਵਾ ਨਹੀਂ ਸਕਦੀ। ਪਰਸੂਤ ਦੀ ਸੂਲਾ ਵਿੱਚੋਂ ਲੰਘਣਾ ਹੀ ਪਊਗਾ। ਜਿੰਨਾ ਚਿਕਰ ਅੱਖਾਂ 'ਚ ਪਰਮੇਸ਼ਰ ਦੇ ਪ੍ਰੇਮ ਦੇ ਹੰਝੂ ਨਾ ਵਗੇ, ਇਹਨਾਂ ਇਸੇ ਹੀ ਪਾਣੀ ਦੀ ਹੰਝੂਆਂ ਦੀ ਬੇੜੀ ਉੱਤੇ ਤਰ ਕੇ ਹੀ ਪਰਮੇਸ਼ਰ ਕੋਲ ਜਾਏਗਾ। ਇੱਕ ਬੇੜੀ, ਇੱਕ ਹੰਝੂਆਂ ਦੀ ਤਿਬਕੇ ਜਦੋਂ ਤੇਰੇ ਹੰਝੂਆਂ 'ਚੋਂ ਪਰਲ ਪਰਲ ਕਰਨਗੇ, ਪਰਮੇਸ਼ਰ ਉਹਨਾਂ ਦੇ ਸਮੁੰਦਰ ਵਾਂਗੂ, ਜਿਵੇਂ ਸਮੁੰਦਰ ਹੈ ਕਿ ਨਹੀਂ, ਇੱਕ ਉਹ ਹੀਰਿਆਂ ਦੇ ਬਰੋਬਰ, ਕਈ ਹੀਰਿਆਂ ਦੇ ਬਰੋਬਰ ਇੱਕ ਅਥਰੂ ਨੂੰ ਰੱਖਦਾ ਸਾਡੇ ਨੂੰ। ਇੱਕ ਅਥਰੂ ਨੂੰ ਭਾਵੇਂ ਕਿੰਨੇ ਹੀਰੇ ਚੜ੍ਹਾ ਦੇਵੇਂ, ਇੱਕ ਅਥਰੂ ਡਿੱਗਣਾ ਤੇਰਾ ਪ੍ਰੇਮ ਦੇ ਵਿੱਚ ਪਰਮੇਸ਼ਰ ਦੇ 'ਚ ਉਹ ਕੰਮ ਇੰਨਾ ਕਰਦਾ, ਉਹਦੀ ਇੰਨੀ ਕਦਰ ਪਰਮੇਸ਼ਰ ਕਰਦਾ। ਇੱਕ ਅਥਰੂ ਇੱਕ ਦਰਿਆ ਦੀ ਤਰ੍ਹਾਂ, ਜਿਹਦੇ ਵਿੱਚ ਦੀ ਬੇੜੀ ਬੋਟ ਲੰਘਦੀ ਆ, ਜਿਹਦੇ ਵਿੱਚ ਦੀ ਜਹਾਜ਼ ਲੰਘਦੇ ਆ, ਇਸੇ ਤਰ੍ਹਾਂ ਉਹ ਜਿਹੜੇ ਹੰਝੂ ਜਿਹੜੇ ਕੰਮ ਕਰਦੇ ਆ, ਤੈਨੂੰ ਆਨੰਦ ਦਿੰਦੇ ਆ, ਤੈਨੂੰ ਖੇੜਾ ਦਿੰਦੇ ਆ, ਤੇਰੇ ਅੰਦਰ ਖੁਸ਼ੀ ਲਿਆਉਂਦੇ ਆ, ਤੇਰੇ ਅੰਦਰ ਅਗੰਮੀ ਰਸ ਲੈ ਕੇ ਆਉਂਦੇ ਆ, ਤੇਰੇ ਅੰਦਰ ਇੰਨੀਆਂ ਪਰਮੇਸ਼ਰ ਦੀਆਂ ਦਾਤਾਂ ਨੂੰ ਖਿਲਾਰਦੇ ਆ ਨਾ। ਕਹਿੰਦੇ ਚੁੱਗ ਬਿਰਛ ਤੋਂ ਉੱਤੋਂ ਦਰਖਤ ਨੂੰ ਹਲੂਣਾ ਦਿੰਦੇ ਆ, ਅਤੇ ਕਹਿੰਦੇ ਦੇਖ ਪੱਕੇ ਫਲ ਡਿੱਗਦੇ ਆ, ਅਤੇ ਹੁਣ ਚੁਗੀ ਜਾ ਅਤੇ ਖਾਈ ਜਾ ਅਤੇ ਵੰਡੀ ਜਾ ਆਪਣੇ ਘਰਦਿਆਂ ਨੂੰ, ਆਂਢੀਆਂ ਗੁਆਂਢੀਆਂ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਦੋਸਤਾਂ ਨੂੰ ਵੀ ਟੋਕਰੇ ਭਰ ਕੇ ਵੰਡ। ਇਹ ਮੁਫਤ 'ਚ ਮਿਲਿਆ, ਮੁਫਤ 'ਚ ਵੰਡ, ਡਿੱਗੀ ਜਾ ਰਿਹਾ ਆ। ਹੁਣ ਫਿਰ ਦੇਖੋ ਕਿੱਡੀ ਛੇਤੀ 32 ਮਿੰਟ ਹੋ ਗਿਆ, ਮੈਂ ਸਾਹਮਣੇ ਆਈ ਜਾ ਰਿਹਾ ਟਾਈਮ ਤਾਂ 30। ਇਹ ਕਿਉਂਕਿ ਮੈਂ ਤਾਂ ਭਾਵੇਂ ਸਾਰੀ ਰਾਤ ਲੱਗੀ ਰਹਾਂ ਬਚਨ ਬੋਲਣ ਲਈ, ਮੈਨੂੰ ਤਾਂ ਆਨੰਦ ਅਤੇ ਲਾਲੀ ਚੜ੍ਹ ਰਹੀ ਆ। ਚਿਹਰਾ ਤੁਸੀਂ ਦੇਖ ਹੀ ਸਕਦੇ ਆ, ਖੁਸ਼ੀ ਚੜ੍ਹ ਰਹੀ ਹੈ ਇਸ ਲਈ ਮੈਨੂੰ ਤਾਂ। ਇਸ ਲਈ ਮੈਂ ਤਕਰੀਬਨ ਮੇਰੀ ਉਮਰ ਤੁਸੀਂ ਹੈਰਾਨ ਰਹੋਗੇ, ਕਿਉਂਕਿ ਆਨੰਦ ਇੰਨਾ ਆ ਕਿ ਇਹ ਉਮਰ ਨਹੀਂ ਲੱਗਦੀ। ਇਹ ਲੱਗਦਾ ਅਸੀਂ ਬੱਚੇ ਹੀ ਹਾਂ। ਹਾਲੇਲੂਇਆ, ਹੋ ਲੋੜ ਤੇਰਾ ਧੰਨਵਾਦ ਪਰਮੇਸ਼ਰ, ਤੇਰਾ ਧੰਨਵਾਦ। ਇਹ ਬਚਨ ਜਿਹੜੇ ਤੂੰ ਬੁਲਵਾਏ ਆ ਮੇਰੇ ਪਰਮੇਸ਼ਰ, ਇਹ ਥੋਟਾਂ ਜਿਹੜੀਆਂ ਆ, ਅਸੀਂ ਇਹ 7000 ਕਿਸੇ ਦਾ ਬਣਿਆ 6500 ਰੋਜ਼ ਦਾ ਇਹ ਦਸਵੰਧ, ਕਿਉਂਕਿ ਥੋਟਾਂ ਬਹੁਤ ਆ, ਦਸਵੰਧ ਹੀ ਇੰਨਾ ਬਣ ਜਾਂਦਾ। ਲਿਜਾ ਨਾ ਪਰਮੇਸ਼ਰ ਦੇ ਦਰ ਦੇ ਉੱਤੇ, ਸੈੱਟ ਜੂਲਾ ਭਾਰਾ ਲੈ ਕੇ ਆ ਹਲਕਾ, ਅਤੇ ਥੋਟਾਂ ਆਉਣੋਂ ਹਟ ਜਾਣਗੀਆਂ। ਫਿਰ ਇਹੀ ਥੋਟਾਂ ਆਉਣਗੀਆਂ, ਪਰਮੇਸ਼ਰ ਦੀਆਂ ਸਾਖੀਆਂ, ਪਰਮੇਸ਼ਰ ਦੀਆਂ ਗੱਲਾਂ, ਪਰਮੇਸ਼ਰ ਦੀਆਂ ਯਾਦਾਂ, ਪਰਮੇਸ਼ਰ ਦੇ ਬਚਨ ਨੂੰ ਯਾਦ ਕਰਨਾ, ਕੰਠ ਕਰਨਾ, ਅਤੇ ਫਿਰ ਉਹਦੇ ਨਾਲ ਹੀ ਪਰਮੇਸ਼ਰ ਦੇ ਅੰਦਰ ਡੂੰਘੇ ਪਰਮੇਸ਼ਰ ਕਹਿੰਦਾ ਮੈਨੂੰ ਫਿਰ ਪੁਕਾਰ। ਜਰਮਾਇਆ 33:3 'ਚ ਕਹਿੰਦਾ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਤੇਰੇ ਨਾਲ ਬੋਲਾਂਗਾ, ਗੁੱਜੇ ਅਤੇ ਔਖੇ ਭੇਦ ਮੈਂ ਤੇਰੇ ਵਿੱਚ ਖੋਲਾਂਗਾ। ਜਿਨ੍ਹਾਂ ਨੂੰ ਅਜੇ ਤੱਕਰ ਤੂੰ ਨਹੀਂ ਜਾਣਿਆ, ਜਿਨ੍ਹਾਂ ਨੂੰ ਅਜੇ ਤੀਕਰ ਤੂੰ ਨਹੀਂ ਪਛਾਣਿਆ,
ਮੋਤੀ ਜਿਨ੍ਹਾਂ ਨੂੰ ਹਜੇ ਤੱਕਰ। ਉਹ ਲਿਖਿਆ ਜਰਮਾਇਆ ਵਿੱਚ 33 ਦੀ 3 'ਚ ਮੈਨੂੰ ਪਕਾਰ, ਮੈਨੂੰ ਪਕਾਰ। ਉਹ ਨਾਂ ਲੈਂਦਾ ਸਾਡੇ ਹਰਭਜਨ, ਮੈਨੂੰ ਪਕਾਰ ਮੈਂ ਤਾਂ ਤੇਰੇ ਨਾਲ ਬੋਲਾਂਗਾ, ਗੁੱਜੇ ਤੇ ਔਖੇ ਭੇਦ ਮੈਂ ਤੇਰੇ ਵਿੱਚ ਖੋਲਾਂਗਾ, ਜਿਨ੍ਹਾਂ ਨੂੰ ਹਜੇ ਤੱਕਰ ਤੂੰ ਨਹੀਂ ਜਾਣਿਆ, ਜਿਨ੍ਹਾਂ ਨੂੰ ਹਜੇ ਤੀਕਰ ਤੂੰ ਨਹੀਂ ਪਛਾਣਿਆ। ਲਿਖਿਆ ਜਰਮਾਇਆ ਵਿੱਚ 33 ਦੀ 3 'ਚ। ਤੇ ਹੁਣ ਜਰਮਾਇਆ ਦੀ ਸੰਗਤ ਨਹੀਂ ਹੋ ਰਹੀ, ਉਹਨਾਂ ਦੂਤਾਂ ਦੀ ਮੈਨੂੰ ਸੰਗਤ ਨਹੀਂ ਮਿਲ ਰਹੀ ਆ। ਜਰਮਾਇਆ ਗੱਲ ਕਰਦਾ, ਜਰਮਾਇਆ ਦੇ ਥਰੂ ਪਰਮੇਸ਼ਰ ਬੋਲਦਾ, ਔਰ ਮੇਰੇ ਮੂੰਹ ਦੇ ਵਿੱਚ ਉਹ ਇਸ ਸਰੀਰ ਦੇ ਮੂੰਹ 'ਚ ਮੈਂ ਨਹੀਂ ਕੋਈ ਵੀ, ਮੈਂ ਉਹ ਬੋਲਦਾ, ਮੈਂ ਉਹਦਾ ਸਰੀਰ ਉਸ ਮੂੰਹ ਦੇ ਵਿੱਚ ਉਹ ਬਚਨ ਪਾ ਰਿਹਾ। ਆਨੰਦ ਨਾ ਆਵੇ, ਖੁਸ਼ੀ ਨਾ ਚੜ੍ਹੇ। ਫਿਰ ਯਸ਼ਾਇਆ 45 'ਚ ਲਿਖਿਆ ਯਸ਼ਾਇਆ ਵਿੱਚ 45 ਦੇ, ਮੈਂ ਆਪਣਾ ਨਾਂ ਜਿਸ ਤਰ੍ਹਾਂ ਇਹ ਸਰੀਰ ਆਪਣਾ ਨਾਂ ਲੈਂਦਾ, ਤੁਸੀਂ ਆਪਣਾ ਨਾਂ ਲਿਓ। ਇੱਦਾਂ ਪਰਮੇਸ਼ਰ ਦੀਆਂ ਬਰਕਤਾਂ ਵਰਦੀਆਂ ਆ। ਮੈਂ ਆਪਣਾ ਨਾਂ ਜਿਸ ਤਰ੍ਹਾਂ ਇਹ ਸਰੀਰ ਆਪਣਾ ਨਾਂ ਲੈਂਦਾ, ਤੁਸੀਂ ਇੱਥੋਂ ਜੇ ਸੁਣ ਕੇ ਪਰਮੇਸ਼ਰ ਦੇ ਬਚਨ ਨੂੰ ਤੁਸੀਂ ਆਪਣਾ ਨਾਂ ਲਿਓ। ਲਿਖਿਆ 45 ਵਿੱਚ ਯਸ਼ਾਇਆ ਦੇ, ਲਿਖਿਆ 45 ਵਿੱਚ 2 ਤੇ 3 ਆਇਤ ਵਿੱਚ ਲਿਖਿਆ, ਹਰਭਜਨ ਪਿੱਤਲ ਦੇ ਦਰ ਮੈਂ ਤੇਰੇ ਸਾਰੇ ਭੰਨ ਸੁੱਟੂੰਗਾ, ਲੋਹੇ ਦੇ ਹੋੜੇ ਮੈਂ ਤੇਰੇ ਸਾਰੇ ਵੱਢ ਸੁੱਟੂੰਗਾ। ਉਹ ਸਾਰੇ ਵੱਢ ਦਿੰਦਾ, ਲੋਹੇ ਦੇ ਹੋੜੇ, ਪਿੱਤਲ ਦੇ ਦਰ ਭੰਨ ਦਿੱਤੇ, ਲੋਹੇ ਦੇ ਹੋੜੇ ਵੱਢ ਦਿੱਤੇ। ਉਹ ਨੇਰੇ ਦੇ ਲੁਕੇ ਖਜ਼ਾਨੇ, ਆਹਾ ਤੈਨੂੰ ਮੈਂ ਦੇਵਾਂਗਾ, ਨੇਰੇ ਦੇ ਲੁਕੇ ਖਜ਼ਾਨੇ ਤੈਨੂੰ ਮੈਂ ਦੇਵਾਂਗਾ, ਨੇਰੇ ਦੇ ਲੁਕੇ ਖਜ਼ਾਨੇ। ਪਵਿੱਤਰ ਆਤਮਾ ਆ ਕੇ ਤੈਨੂੰ ਵਾਜਾਂ ਮਾਰ ਕੇ, ਪਿੱਛੇ ਬੁੱਧੀ ਵਾਜਾਂ ਮਾਰ ਕੇ ਸਿਖਾਉਂਦੀ, ਆ ਬੱਚੇ ਆ ਜਾ ਆ ਜਾ ਆ ਜਾ ਆ ਜਾ, ਤੈਨੂੰ ਮੈਂ ਆ ਨਵਾਂ ਗੀਤ ਦੱਸਾਂ, ਨਵੀਂ ਗੱਲ ਕਰਾਂ, ਨਵੀਂ ਖੋਜ ਆਪਾਂ ਹੋਰ ਤੈਨੂੰ ਦੱਸੀਏ। ਇੱਦਾਂ ਬੁੱਧੀ ਮਾਂ ਵਾਜਾਂ ਮਾਰ ਕੇ ਆਪਣੇ ਬੱਚੇ ਨੂੰ, ਫਿਰ ਪਰਮੇਸ਼ਰ ਕਹਿੰਦਾ ਜਾ, ਇਸ ਬੱਚੇ ਨੂੰ, ਮਾਂ ਆ ਬੁੱਧੀ, ਪਰਮੇਸ਼ਰ ਆ ਪਿਤਾ, ਕਹਿੰਦਾ ਲੈ ਇਸ ਬੱਚਾ ਹੁਣ ਵੱਡਾ ਹੋ ਗਿਆ, ਸਿਆਣਾ ਹੋ ਗਿਆ, ਪਰ ਇਹਨੂੰ ਕੁੰਜੀਆਂ ਦੇ, ਇਹ ਖਜ਼ਾਨਾ ਚੰਗਾ ਸਹੀ ਵੰਡ ਰਿਹਾ ਤੇ ਖਰਾਬ ਨਹੀਂ ਕਰ ਰਿਹਾ, ਉਜਾੜ ਨਹੀਂ ਰਿਹਾ। ਭਾਵ ਕਿ ਉਜਾੜਨਾ ਦਾ ਮਤਲਬ ਕੀ ਆ? ਜੇ ਅਸੀਂ ਵੰਡਿਆ ਖਜ਼ਾਨਾ, ਨਾਲ ਹੰਕਾਰ ਆ ਗਿਆ, ਨਾਲ ਈਰਖਾ ਆ ਗਈ ਆ, ਨਾਲ ਦੁਸ਼ਟਪੁਣਾ ਬੈਠਾ ਆ, ਅੰਦਰ ਉਹੀ ਕ੍ਰੋਧ ਬੈਠਾ ਆ, ਤੇ ਉਜਾੜਿਆ ਹੀ ਆ। ਫਿਰ ਸਮਝ ਲਓ ਵੰਡਿਆ ਹੈਗਾ ਆ, ਪਰ ਉਜਾੜ ਦਿੱਤਾ, ਉਹ ਉਜਾੜਿਆ ਹੀ ਆ। ਪਰ ਜੇ ਅੰਦਰ ਹੰਝੂ ਆ, ਪ੍ਰੇਮ ਆ, ਨਿਚਾ ਆ ਕਿ ਮੈਂ ਕੌਣ ਆ, ਕਾਮ ਧੇਨ ਗਊਆਂ ਦੇ ਵੱਗ ਹਜ਼ਾਰਾਂ, ਉੱਥੇ ਕਾਂ ਤੋਂ ਇੱਕ ਤੋਂ ਗਿਆਨ ਕਰਾ ਸਕਦਾ, ਇੱਕ ਖੋਤੀ ਕੋਲੋਂ ਗਿਆਨ ਕਰਾ ਸਕਦਾ, ਇੱਕ ਕੁੱਤੇ ਕੋਲੋਂ ਵੀ ਗਿਆਨ ਕਰਾ ਸਕਦਾ, ਇੱਕ ਕੀੜੇ ਕੋਲੋਂ ਵੀ ਉਹ ਗਿਆਨ ਕਰਾ ਸਕਦਾ, ਉਹ ਜੋ ਮਰਜ਼ੀ ਕਰ ਸਕਦਾ। ਤੂੰ ਕੀ ਆਪਣੇ ਆਪ ਨੂੰ ਬਣਾ ਕੇ ਬੈਠਾ ਵੀ ਮੇਰੇ ਵਰਗਾ ਹੋਰ ਕਿਸੇ ਤੋਂ ਗਿਆਨ ਹੀ ਹੈ ਨਹੀਂ? ਵਾਹ 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 ਵਾਹ, ਇਹ ਛੱਡ ਬੰਦਿਆ ਇਹਨਾਂ ਗੱਲਾਂ ਨੂੰ, ਤੂੰ ਮਿੱਟੀ ਦਿਆ ਬਾਵਿਆ, ਮਿੱਟੀ 'ਚ ਮਿਲ ਜਾਣ ਵਾਲਿਆ, ਤੂੰ ਇੱਕ ਘੜੀ ਦਾ ਸਾਹ ਦਾ ਪ੍ਰਾਹੁਣਾ ਆ, ਤੇ ਹੋਰ ਇੱਥੇ ਕੁਛ ਨਹੀਂ ਤੂੰ ਲੈ ਕੇ ਜਾਣਾ। ਇੱਕ ਜੇ ਤੂੰ ਪ੍ਰੇਮ ਤੇ ਨਿਸ਼ਚਾ ਦੇ ਵਿੱਚ ਬੱਝ ਜਾਵੇਂ ਤੇ ਆਨੰਦ ਤੇਰੇ ਲਟਕ ਚਲਕ ਤੇਰੇ ਤੇ ਪਊਗਾ, ਆਨੰਦ ਤੇ ਖੇੜਾ, ਸ਼ਾਂਤੀ। ਇਹ ਆਪਣੀ ਸ਼ਾਂਤੀ ਭੰਗ ਨਾ ਕਰ। ਸ਼ਾਂਤੀ ਭੰਗ ਤੇਰੀ ਆਪੇ ਹੀ ਤੂੰ ਕਰਦਾ ਆ। ਜਦੋਂ ਅੰਦਰ ਜਿਲਸ ਆ ਜਾਂਦੀ ਤੇ ਸ਼ਾਂਤੀ ਭੰਗ ਹੋ ਜਾਂਦੀ। ਇਹ ਜਿਲਸ ਤਾਂ ਸੇਕ ਆ, ਸੇਕ, ਬੜੀ ਬੁਰੀ ਬਿਮਾਰੀ ਆ ਜਿਲਸ ਦੀ। ਜਿਹਦੇ ਅੰਦਰੋਂ ਜਿਲਸ ਨਿਕਲ ਗਈ, ਜਿਹਦੇ ਅੰਦਰੋਂ ਪ੍ਰਭੂ ਨੇ ਜਿਲਸ ਕੱਢ ਦਿੱਤੀ ਨਾ, ਜਿਹਦੀ ਜ਼ਬਾਨ ਜਿਹੜੀ ਆ ਮਿੱਠੀ ਕਰ ਦਿੱਤੀ ਨਾ, ਬਸ ਫੇਰ ਪਰਮੇਸ਼ਰ ਰੋਮ ਨੂੰ ਕਰੋੜਾਂ ਜੀਵਾਂ ਉਹ ਬੰਦਾ ਮੰਗਦਾ, ਰੋਮ ਨੂੰ ਕਰੋੜ ਜੀਵ ਲਾ ਦੇ, ਤੇਰਾ ਧੰਨਵਾਦ ਕਰਦੇ, ਨਾ ਥੱਕੀਏ ਤੇ ਨਾ ਆਖੀਏ, ਨਾ ਥੱਕੀਏ ਤੇ ਨਾ ਆਖੀਏ। ਟਾਈਮ ਵੇਸਟ ਸਿਲਸਿਲਾ ਬਹੁਤ ਹੋ ਗਿਆ, 38 ਮਿੰਟ ਹੋ ਗਏ ਆ, ਕਿਉਂਕਿ ਸਾਹਮਣੇ ਨਾਲ ਮਿੰਟ ਵੀ ਆਈ ਜਾਂਦੇ ਆ। ਮੈਨੂੰ ਤਾਂ ਨਹੀਂ ਪਤਾ ਲੱਗਦਾ, ਪਰ ਸੁਣਨ ਵਾਲਿਆਂ ਦੇ ਵਿਚਾਰਿਆਂ ਦੇ ਕਈ ਵਾਰੀ ਬਹੁਤ ਕੰਮ ਹੁੰਦੇ ਆ। ਤਾਂ 2 ਪਾਰਟਾਂ ਵਿੱਚ ਹੀ ਆਪਾਂ ਇਸ ਬੱਚੇ ਨੂੰ ਅੱਜ ਕੀਤਾ ਆ। ਆਪਾਂ ਸੱਤ ਜਿਹੜਾ ਆ, ਇਸ ਸੱਤ ਨੂੰ ਆਪਾਂ ਖਾਣਾ ਵੀ ਆ, ਆਪਾਂ ਵੰਡਣਾ ਵੀ ਆ। ਇਹ ਪਰਮੇਸ਼ਰ ਦਾ ਬਦਨ ਜਿਹੜਾ, ਇਹ ਸਾਨੂੰ 7 ਦਿੱਤਾ ਗਿਆ, 7 ਟੋਕਰਿਆਂ ਦੇ ਵਿੱਚ। ਇਹ 7 ਆ, ਪਰਮੇਸ਼ਰ ਦਾ ਬਦਨ 7 ਆ। 7 ਟੋਕਰਿਆਂ 'ਚ ਟੁਕੜੇ ਆਪਣੇ ਸਰੀਰ ਦੇ ਕਰਕੇ ਉਹਨੂੰ ਪਾ ਦਿੱਤੇ ਆ। ਬੱਕਰੇ ਵਾਂਗੂ ਚਟਕਾਇਆ ਗਿਆ, ਦਾੜੀ ਉਹਦੀ ਪੁੱਟੀ ਗਈ, ਕੰਡਿਆਂ ਦਾ ਤਾਜ ਉਹਨੇ ਬਣ ਗਿਆ, ਕੋਰੜੇ ਖਾ ਕੇ, ਛੰਟੇ ਖਾ ਕੇ ਕੋਰੜਿਆਂ ਦੇ ਨਾੜ ਉਹਦੀ ਕੱਲੀ ਕੀਤੀ ਗਈ। ਉਹਨੇ ਨਾਲ 7 ਆ, ਇਹ 7 ਦੇ ਟੋਕਰੇ ਭਰੇ ਆ।
ਪਹਿਲਾਂ ਮਾਂ ਦੇ ਥਣਾਂ 'ਚ ਦੁੱਧ ਉਹਨੇ ਦੇ ਦਿੱਤਾ ਔਰ ਬੱਚਾ ਬਾਅਦ ਵਿੱਚ ਮਾਂ ਦੇ ਥਣਾਂ 'ਚ ਦੁੱਧ ਪਹਿਲੋਂ। ਗਲਤੀਆਂ ਹੋਈਆਂ, ਜੇ ਕੋਈ ਨਾ ਪਰਮੇਸ਼ਰ ਦੇ ਬਚਨ ਦੇ ਨਾਲ ਗੱਲ ਢੁੱਕਦੀ ਹੋਵੇ ਤੇ ਮੈਨੂੰ ਮਾਫੀ ਦੇ ਦੇਣੀ, ਕਿਉਂਕਿ ਮੈਂ ਕੋਈ ਗੁਣੀ ਨਹੀਂ, ਗਿਆਨੀ ਨਹੀਂ। ਪਰਮੇਸ਼ਰ ਨੇ ਜਿਸ ਤਰ੍ਹਾਂ ਮੈਨੂੰ ਮਤ ਦੇ ਕੇ ਬੁਲਾਇਆ ਆ, ਉਸੇ ਤਰ੍ਹਾਂ ਇੱਥੋਂ ਬੋਲੇ ਗਏ। ਮੈਨੂੰ ਅੱਗੇ ਵਾਸਤੇ ਆਸ਼ੀਰਵਾਦ ਦੇਣੀ ਸਭ ਨੇ, ਜਿਨ੍ਹਾਂ ਨੇ ਸੁਣਨਾ। ਪ੍ਰਾਰਥਨਾ ਕਰਨੀ ਮੇਰੀ ਵੀ ਕਿ ਪ੍ਰਭੂ ਇਹ ਬੁਲਾਰਾ ਜਿਹੜਾ ਬੋਲਣ ਵਾਲਾ ਬੀਬੀ ਹੈ ਨਾ, ਜਿੰਨੇ ਬੋਲਿਆ ਉਸ ਸੱਚਾਈ ਦੇ ਅੰਦਰ ਵਸੇ, ਰੋਮ ਰੋਮ ਨੂੰ ਕਰੋੜਾਂ ਜੀਵਨ ਲੱਗ ਜਾਣ। ਔਰ ਜਿੰਨੇ ਜੀ ਇਹਨੂੰ ਪ੍ਰੇਮ ਦੇ ਨਾਲ ਸੁਣਨ, ਉਹਨਾਂ ਸਾਰਿਆਂ ਲਈ ਬੇਨਤੀ ਹੈ ਪਰਮੇਸ਼ਰ ਦੇ ਅੱਗੇ, ਜਿੰਨੇ ਜੀ ਇਹਨਾਂ ਬਚਨਾਂ ਨੂੰ ਆਪਣੇ ਅੰਦਰ ਵਸਾਉਣ, ਉਹਨਾਂ ਦੇ ਘਰ ਦੇ ਵਿੱਚ ਸ਼ਾਂਤੀ ਦੇ ਅੰਬਾਰ ਲੱਗ ਜਾਣ, ਬਰਕਤਾਂ ਦੇ ਅੰਬਾਰ ਲੱਗ ਜਾਣ, ਤੰਦਰੁਸਤੀ ਦੇ ਅੰਬਾਰ ਲੱਗ ਜਾਣ। ਸਵਰਗ ਦੇ ਪਰਮੇਸ਼ਰ ਖਿੜਕੀਆਂ ਪਾੜ ਕੇ ਉਹਨਾਂ ਨੂੰ ਦੇਵੇ, ਜਿਹੜੇ ਇਹਨਾਂ ਬਚਨਾਂ ਨੂੰ ਆਪਣੇ ਮਨ ਦੇ ਉੱਤੇ ਚੰਗੀ ਤਰ੍ਹਾਂ ਵਸਾ ਲੈਣ ਔਰ ਸਮਝ ਲੈਣ ਕਿ ਸੱਚੀ ਮੁੱਚੀ ਇਹ ਗੱਲਾਂ ਪਰਮੇਸ਼ਰ ਜੇ ਸਾਡੇ ਅੰਦਰ ਆ ਜਾਣ, ਸਾਰੇ ਝਗੜੇ ਤੇ ਝਮੇੜੇ ਸਾਰੇ ਮੁੱਕ ਜਾਣ, ਝਮੇਲੇ ਮੁੱਕ ਜਾਣ। ਸਾਨੂੰ ਹੱਥਾਂ ਦਾ ਵੀ ਪਤਾ ਲੱਗ ਗਿਆ ਵੀ ਹੱਥ ਸ਼ੈਤਾਨ ਦੇ ਨੂੰ ਨਾ ਪਤਾ ਲੱਗੇ। ਸ਼ੈਤਾਨ ਨਹੀਂ, ਜੇ ਹੱਥ ਜਦੋਂ ਅਸੀਂ ਦੂਜਾ ਹੱਥ ਕਿਹੜਾ ਆ ਕਿ ਸ਼ੈਤਾਨ ਦਾ। ਜੇ ਸਾਡੇ ਅੰਦਰ ਹੰਕਾਰ ਆ ਗਿਆ, ਮੈਂ ਆਹ ਕੀਤਾ ਤੇ ਮੈਂ ਉਹ ਕੀਤਾ, ਤੇ ਸ਼ੈਤਾਨ ਨੂੰ ਪਤਾ ਲੱਗ ਗਿਆ। ਤੇ ਜੇ ਅੰਦਰ ਹੰਝੂ ਤੇ ਪ੍ਰੇਮ, ਅਸੀਂ ਕੁਛ ਨਹੀਂ ਆ, ਪ੍ਰਭੂ ਤੇਰਾ ਆ ਤੇ ਤੂੰ, ਚਾਹੇ ਤੂੰ ਬਚਨ ਵੰਡਿਆ ਤੇ ਚਾਹੇ ਤੂੰ ਕੋਈ ਸੇਵਾ ਪੈਸੇ ਦੀ ਕੀਤੀ, ਚਾਹੇ ਤੂੰ ਪ੍ਰਸ਼ਾਦੇ ਦੀ ਕੀਤੀ, ਉਹ ਬਾਹਰ ਦਾ ਪਤਾ ਲੱਗਣਾ ਹਰ ਇੱਕ ਦਾ ਹੀ। ਬਚਨ ਵੰਡੇ ਦਾ ਵੀ ਲੱਗਣਾ ਆ, ਲਿਫਾਫੇ 'ਚ ਦਿੱਤੇ ਪਾ ਕੇ ਪਤਾ ਇਹਦਾ ਵੀ ਲੱਗਣਾ ਆ ਦੂਜਿਆਂ ਨੂੰ, ਉਹ ਘਰਦਿਆਂ ਨੂੰ ਬਾਹਰਦਿਆਂ ਨੂੰ। ਬਚਨ ਵੰਡਿਆ ਪਤਾ ਉਹਦਾ ਵੀ ਲੱਗਣਾ ਆ, ਘਰਦਿਆਂ ਨੂੰ ਬਾਹਰਦਿਆਂ ਨੂੰ, ਔਰ ਤੈਨੂੰ ਆਪਣੇ ਆਪ ਨੂੰ ਸੁਣਨ ਵਾਲਿਆਂ ਲੱਖਾਂ ਲੋਕਾਂ ਨੂੰ ਲੱਗਣਾ ਆ ਪਤਾ ਆ ਬੰਦਾ ਬਚਨ ਵੰਡ ਰਿਹਾ ਹੈ ਪਰਮੇਸ਼ਰ ਦਾ। ਪਰ ਸ਼ੈਤਾਨ ਨੂੰ ਪਤਾ ਨਾ ਲੱਗੇ। ਤੁਸੀਂ ਸੁਣੋ ਇਹਨੂੰ ਪ੍ਰੇਮ ਨਾਲ, ਤੁਹਾਡੇ ਸ਼ੈਤਾਨ ਨੂੰ ਪਤਾ ਨਾ ਲੱਗੇ ਵੀ ਤੁਸੀਂ ਸੁਣਿਆ ਆ, ਭਾਵ ਕਿ ਤੁਹਾਡੇ ਅੰਦਰ ਇਹਦਾ ਮਾਣ ਨਾ ਆਵੇ ਸੁਣਨ ਦਾ ਵੀ। ਇਹ ਹੋਵੇ ਕਿ ਸੱਚਾਈ ਆ ਔਰ ਇਹਦੇ 'ਤੇ ਅਸੀਂ ਚੱਲਣਾ ਆ, ਤੇ ਜਿਹੜਾ ਬੁਲਾਰਾ ਹੈ ਬੋਲਣ ਵਾਲਾ, ਉਹਦੇ ਅੰਦਰ ਵੀ ਰੰਚਕ ਮਾਤਰ ਪਰਮੇਸ਼ਰ ਮਾਣ ਨਾ ਆਵੇ ਤੇਰੇ ਬੱਚੀ ਨੂੰ ਕਿ ਇਹ ਬਚਨ ਵੰਡਿਆ ਗਿਆ ਆ, ਇਹ ਤੂੰ ਵੰਡਿਆ ਆ, ਤੇਰਾ ਸਰੀਰ ਆ, ਤੇਰੀ ਫਲਸ਼ ਆ, ਅੰਦਰ ਤੂੰ ਬੋਲਦਾ ਆ, ਜੋ ਕੁਛ ਹੈਗਾ ਤੇਰਾ ਆ ਪਰਮੇਸ਼ਰ। ਤੇ ਇਹ ਵੀ ਇੱਕ ਬਹੁਤ ਮਹਾਨ ਵੰਡਣ ਵਾਲੀ ਦਾਤ ਇਹ ਆ। ਤੇ ਸ਼ੈਤਾਨ ਨੂੰ ਪਤਾ ਨਾ ਲੱਗੇ, ਵੈਰੀ ਨੂੰ ਪਤਾ ਨਾ ਲੱਗੇ, ਲੂਸੀਫਰ ਨੂੰ ਪਤਾ ਨਾ ਲੱਗੇ। ਉਹਨੂੰ ਪਤਾ ਕਿੱਦਾਂ ਨਾ ਲੱਗੂਗਾ? ਜੇ ਤਾਂ ਮਾਣ ਆ ਗਿਆ ਤੈਨੂੰ ਪਤਾ ਲੱਗ ਗਿਆ, ਤੇ ਜੇ ਮਾਣ ਨਾ ਆਇਆ ਤੇ ਫਿਰ ਖੁਸ਼ੀ ਆਈ, ਆਨੰਦ ਆਇਆ, ਉੱਦਾਂ ਤੁਸੀਂ ਗੱਲ ਕਰ ਸਕਦੇ ਆ। ਪਰ ਜਦੋਂ ਹੰਕਾਰ ਆਵੇ ਨਾ ਅੰਦਰ, ਮੇਰੇ ਵਰਗਾ ਕੋਈ ਨਹੀਂ ਗਿਆਨੀ, ਮੇਰੇ ਵਰਗਾ ਕੋਈ ਨਹੀਂ ਨੇ ਬਚਨ ਵਾਧੂ, ਬਸ ਫਿਰ ਲੈ ਲਿਆ ਸ਼ੰਤਾ, ਫਿਰ ਲੂਸੀਫਰ ਖਾ ਗਿਆ ਤੁਹਾਡਾ ਸਭ ਕੁਛ ਹੀ, ਲੱਗ ਗਿਆ ਪਤਾ ਫਿਰ ਉਹਨੂੰ। ਉਹ ਬੋਲਦਾ ਇੱਦਾਂ, ਤੇ ਜੇ ਸੋਚਦਾ ਹੱਦ ਹੋ ਗਈ। ਪਰਮੇਸ਼ਰ ਦੇ ਦਰ ਦੇ ਉੱਤੇ ਦੇਖ ਤੇ ਸਹੀ ਚੰਦ ਤੇ ਸੂਰਜ ਨੂੰ, ਉਹ ਚੰਦ ਸੂਰਜ ਰੋਜ਼ ਚੜ੍ਹਦੇ ਹੋਏ ਉਹਦੇ ਬਚਨ 'ਚ ਤੂੰ ਕੀ ਉਹਨਾਂ ਦੇ ਮੋਹਰੇ, ਤੂੰ ਹੈ ਕੀ? ਰੋਜ਼ ਰਾਤ ਪੈਂਦੀ, ਰੋਜ਼ ਦਿਨ ਚੜ੍ਹਦਾ, ਹੈ ਕੀ? ਸਮੁੰਦਰ ਬੰਨੇ ਪਏ ਉਹਦੇ ਪ੍ਰੇਮ ਦੇ ਵਿੱਚ, ਤੂੰ ਹੈ ਕੀ? ਤੇਰਾ ਕੀ ਪ੍ਰੇਮ ਉੱਪਰ ਚਲੇ ਗਿਆ ਉਹਨਾਂ ਤੋਂ? ਉਹਨੇ ਕਦੀ ਬੋਲੇ, ਉਹਨਾਂ ਨੇ ਨਹੀਂ ਕਦੀ ਮੈਂ ਕੀਤੀ। ਉਹ ਤੂੰ ਕਿਉਂ ਬੱਕਰਿਆ ਆਪਣੀ ਮੈਂ ਲਾਈ ਆ? ਮੈਂ ਬੱਕਰਿਆ ਮੈਂ ਨਾ ਕਰ, ਮੈਂ ਬੁਰੀ ਹੁੰਦੀ, ਮੈਂ ਦੇ ਗੱਲ ਛੁਰੀ ਹੁੰਦੀ। ਬਚੀਏ ਇਸ ਛੁਰੀ ਤੋਂ ਪਰਮੇਸ਼ਰ। ਜਿੰਨੇ ਬੱਚੇ, ਜਿੰਨੇ ਜੀਵ, ਜਿੰਨੇ ਪਰਿਵਾਰ, ਬਜ਼ੁਰਗ, ਜੋ ਵੀ ਇਹਨਾਂ ਬਚਨਾਂ ਨੂੰ ਸੁਣੇ ਔਰ ਮਨ 'ਤੇ ਵਸਾਵੇ, ਤਾਂ ਉਹਦੇ ਅੰਬਾਰ ਲੱਗ ਜਾਣ ਸ਼ਾਂਤੀ ਦੇ, ਨਿਰਮਤਾ ਦੇ, ਪ੍ਰੇਮ ਦੇ, ਹਲੀਮੀ ਦੇ ਘਰ ਦੇ ਵਿੱਚ,
ਸੱਤ ਦੇ, ਸੰਤੋਖ ਦੇ, ਬਰਕਤਾਂ ਦੇ, ਤੰਦਰੁਸਤੀ ਦੇ, ਉਹ ਖੁਸ਼ੀਆਂ ਪਾਉਣ, ਸਵਰਗਾਂ ਦੀਆਂ ਖਿੜਕੀਆਂ ਉਹਨਾਂ ਵਾਸਤੇ ਖੁੱਲ੍ਹ ਜਾਣ। ਮੇਰੇ ਪਰਮੇਸ਼ਰ ਦਇਆ ਕਰੀ, ਜਿਹੜੇ ਬੱਚੇ ਤੇਰੇ ਪ੍ਰੇਮ ਦੇ ਨਾਲ ਤੇਰੇ ਬਚਨ ਨੂੰ ਖਾਣ, ਤੇਰੇ ਬਚਨ ਨੂੰ ਖਾਣ, ਤੇਰੇ ਬਚਨ ਨੂੰ ਪੀਣ, ਤੇਰੇ ਬਚਨ ਨੂੰ ਚੰਗੀ ਤਰ੍ਹਾਂ ਕੰਨਾਂ ਨੂੰ ਕਟੋਰੇ ਬਣਾ ਕੇ ਸੁਣਨ, ਤੇਰੇ ਬਚਨ ਨੂੰ ਚੰਗੀ ਤਰ੍ਹਾਂ ਆਪਣੀ ਤੇਰੀ ਦਿੱਤੀ ਹੋਈ ਜੀਭ ਦੇ ਨਾਲ ਬੋਲਣ, ਉਹਨਾਂ ਦੇ ਸਵਰਗਾਂ ਦੀਆਂ ਖਿੜਕੀਆਂ ਖੋਲ੍ਹ ਕੇ ਮੇਰੇ ਪਰਮੇਸ਼ਰ ਉਹਨਾਂ ਦੀਆਂ ਝੋਲੀਆਂ ਬਰਕਤਾਂ ਦੇ ਨਾਲ ਭਰਦੇ। ਦਇਆ ਕਰਦੇ, ਉਹਨਾਂ ਦੇ ਪਰਿਵਾਰਾਂ ਉੱਤੇ ਦਇਆ ਕਰਦੇ। ਹੇ ਪ੍ਰਭੂ, ਉਹਨਾਂ ਦੇ ਘਰ ਵਿੱਚ ਕੋਈ ਵੀ ਦੁੱਖ ਨਾ ਰਹਿ ਜਾਵੇ। ਹੇ ਮੇਰੇ ਪਿਤਾ, ਘਰ ਦੇ ਵਿੱਚ ਸ਼ਾਂਤੀ ਦੇ ਅੰਬਾਰ ਲੱਗ ਜਾਣ। ਹੇ ਪਰਮੇਸ਼ਰ, ਜਿਵੇਂ ਤੁਸੀਂ ਆਪਣੇ ਬਚਨਾਂ ਦੇ ਵਿੱਚ ਕਿਹਾ, ਫਿਰ ਜਿੰਨੀਆਂ ਖੁਸ਼ੀਆਂ ਐਬਰਾਹੀਮ ਦੀ ਝੋਲੀ ਦੇ ਵਿੱਚ ਪਾਈਆਂ, ਤੁਸੀਂ ਕਿਹਾ ਜਿੰਨੀਆਂ ਐਬਰਾਹੀਮ ਦੀ ਖੁਸ਼ੀ, ਜਿਵੇਂ ਗਲਾਤੀਆਂ 3:3 'ਚ ਲਿਖਿਆ, ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾਂ ਦੇ ਸਰਾਪ ਤੋਂ ਛਡਾਇਆ ਔਰ ਸਾਡੇ ਲਈ ਸਰਾਫੀ ਬਣਿਆ। ਲਿਖਿਆ ਹੋਇਆ ਸਰਾਫੀ ਹੈ ਹਰੇਕ ਜਿਹੜਾ ਰੁੱਖ 'ਤੇ ਟੰਗਿਆ ਹੋਇਆ। ਅਤੇ ਐਬਰਾਹੀਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ, ਤਾਂ ਜੋ ਅਸੀਂ ਆਤਮਾ ਦੇ ਵਿੱਚ ਬਚਨ ਨੂੰ ਨਿਸ਼ਚੈ ਰਾਹੀਂ ਪ੍ਰਾਪਤ ਕਰ ਸਕੀਏ। ਤਾਂ ਸਾਰੀਆਂ ਖੁਸ਼ੀਆਂ ਤੁਸੀਂ ਐਬਰਾਹੀਮ ਦੀ ਝੋਲੀ 'ਚ ਪਾਈਆਂ। ਤਾਂ ਸਾਡੇ ਵਾਸਤੇ ਪਰਮੇਸ਼ਰ ਯਿਸੂ ਨੇ ਸ਼ਹੀਦੀ ਦਿੱਤੀ, ਉਹਦੇ ਮਾਧਿਅਮ ਦੇ ਨਾਲ, ਸ਼ਹੀਦੀ ਦੇਣ ਦੇ ਮਾਧਿਅਮ ਦੇ ਨਾਲ ਅਸੀਂ ਸਾਰੇ ਸਰਾਫਾਂ ਦੀ ਅਧੀਨਤਾ ਦੇ ਵਿੱਚੋਂ ਬਾਹਰ ਆ ਗਏ ਹਾਂ ਔਰ ਐਬਰਾਹੀਮ ਦੀ ਅਸ਼ੀਰਵਾਦਾਂ ਦੇ ਅਧੀਨ ਆ ਗਏ ਹਾਂ। ਜਿੰਨੀਆਂ ਐਬਰਾਹੀਮ ਨੂੰ ਅਸ਼ੀਰਵਾਦਾਂ ਦਿੱਤੀਆਂ, ਉਹ ਸਾਰੀਆਂ ਦੀਆਂ ਸਾਰੀਆਂ ਜਿੰਨੀ ਕਲੀਸਿਆ ਸੁਣਦੀ ਉਹਨੂੰ ਮਿਲਣ। ਜਿਹੜਾ ਬੱਚਾ ਕਰ ਰਿਹਾ ਆ ਮੇਰੇ ਪਰਮੇਸ਼ਰ ਜਿਹੜਾ ਸਰੀਰ, ਉਹਨੂੰ ਵੀ ਮਿਲਣ, ਉਹਦੇ ਪਰਿਵਾਰ ਨੂੰ ਵੀ ਮਿਲਣ। ਦਇਆ ਕਰੋ, ਮਿਹਰ ਕਰੋ। ਜਿੱਥੇ ਜਿੱਥੇ ਬਚਨ ਜਾਵੇ, ਉੱਥੇ ਤੇਰਾ ਪ੍ਰੇਮ ਘਰ ਘਰ ਜਾਵੇ, ਤੇਰੀ ਨਿਸ਼ਚਾ ਪਰਮੇਸ਼ਰ ਘਰ ਘਰ ਜਾਵੇ, ਸ਼ਾਂਤੀ ਘਰ ਘਰ ਜਾਵੇ। ਸਾਰੇ ਦੁੱਖ ਤੇ ਕਲੇਸ਼ ਉਹਨਾਂ ਦੇ ਨਾਸ ਹੋ ਜਾਣ। ਇੱਕੋ ਮੰਗਾ ਕਿ ਰੋਮ ਰੋਮ ਨੂੰ ਕਰੋੜਾਂ ਜੀਵਾਂ ਲੱਗ ਜਾਣ, ਤੇਰਾ ਨਾਮ ਲੈਂਦੀਆਂ ਰੋਮ ਰੋਮ ਦੇ ਵਿੱਚੋਂ ਧੰਨਵਾਦ ਕਰਦੀਆਂ, ਨਾ ਜੀਵਾਂ ਥੱਕਣ ਤੇ ਨਾ ਅੰਦਰ ਦੀਆਂ ਜੀਵਾਂ ਅੱਕਣ। ਹਾਲੇਲੂਇਆ। ਹੋ ਪਰਮੇਸ਼ਰ ਤੇਰਾ ਧੰਨਵਾਦ। ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ, ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ਼ ਕਰੋ, ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ। ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾਫ਼ ਕਰਦੇ ਹਾਂ। ਸਵਰਗੀ ਪਿਤਾ, ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਹੇ ਪਿਤਾ, ਤੇਰਾ ਧੰਨਵਾਦ ਕਰਦੇ ਹਾਂ। ਹੇ ਮੇਰੇ ਪਿਆਰੇ ਪਿਤਾ, ਤੇਰਾ ਧੰਨਵਾਦ ਕਰਦੇ ਹਾਂ। ਅਗਰ ਮੇਰੇ ਸਵਰਗੀ ਪਿਤਾ, ਤੇਰਾ ਪਿਤਾ, ਪੁੱਤਰ ਤੇ ਪਵਿੱਤਰ ਆਤਮਾ, ਪਿਆਰਾ ਪੁੱਤਰ ਯਿਸੂ ਨਾਸਰੀ, ਇਕਲੌਤਾ ਬੇਟਾ ਯਿਸੂ ਨਾਸਰੀ, ਸਾਡਾ ਮੁਕਤੀਦਾਤਾ, ਜੀਵਨ ਦਾਤਾ ਤੇ ਆਧਾਰ ਕਰਤਾ ਯਿਸੂ ਨਾਸਰੀ, ਯਿਸੂ ਨਾਸਰੀ ਦੇ ਨਾਮ 'ਚ ਮੰਗਦੇ ਹਾਂ ਤੇ ਅਸੀਂ ਸਭ ਕੁਝ ਪਾ ਲੈਂਦੇ ਹਾਂ। ਆਮੀਨ, 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 ਆਮੀਨ। ਦੇਖੋ, ਵੈਰੀ ਸੌਰੀ, ਹੋਈਆਂ ਭੁੱਲਾਂ ਦੀ ਕਿਸੇ ਕਿਸਮ ਦੀ ਲੱਗੇ ਤੁਹਾਨੂੰ ਭੁੱਲ, ਤੇ ਉਹਨੂੰ ਕੈਂਸਲ ਕਰ ਦਿਓ, ਉਹਨੂੰ ਰਿਵਿਊ ਕਰ ਦਿਓ। ਅਤੇ ਜਿਹੜੀਆਂ ਚੰਗੀਆਂ ਗੱਲਾਂ ਆ ਪਰਮੇਸ਼ਰ ਦੀਆਂ ਹੀ ਦਿੱਤੀਆਂ ਹੋਈਆਂ ਆ। ਇਨਸਾਨ ਆ, ਜਾਣੇ ਅਣਜਾਣੇ ਵਿੱਚ ਕੋਈ ਪਤਾ ਨਹੀਂ ਕਿੱਥੇ ਕੋਈ ਗਲਤੀ ਹੋ ਜਾਂਦੀ ਆ। ਕਿਸੇ ਨੂੰ ਠੇਸ ਨਹੀਂ ਪਹੁੰਚਾਈ ਔਰ ਸੱਚਾਈ ਪੇਸ਼ ਕੀਤੀ ਆ ਜੋ ਮੇਰੇ ਪਰਮੇਸ਼ਰ ਨੇ ਲਿਖੀ ਆ। ਅਤੇ ਆਪਾਂ ਇਹਨੇ ਦੇ ਪਿੱਛੇ ਚੱਲ ਕੇ ਅਤੇ ਆਪਾਂ ਆਪਣੇ ਆਪ ਨੂੰ ਆਨੰਦ ਦੇ ਨਾਲ ਭਰਨਾ ਆ। ਟਾਈਮ ਫਿਰ ਵੀ ਬਹੁਤ ਹੋ ਗਿਆ, ਦੂਜੇ ਚੈਪਟਰ ਦੇ ਵਿੱਚ ਫਿਰ ਜ਼ਿਆਦਾ ਟਾਈਮ ਹੋ ਗਿਆ ਮੱਲੋ ਮੱਲੀ। ਸੋ ਕੋਈ ਗੱਲ ਨਹੀਂ, ਕਿਉਂਕਿ ਜਦੋਂ ਇੱਕ ਦਿਨ ਸੌਵਣ ਹੋਏਗੋ ਲੰਬੇ ਗੋਡ ਪਸਾਰ ਕੇ ਸੌਂ ਜਾਣਾ ਆ। ਇੱਕ ਦਿਨ ਐਸੀ ਨੀਂਦੇ ਸੌਣਾ ਤੈਨੂੰ ਕਿਨੇ ਨਹੀਂ ਜਗਾਉਣਾ। ਅਤੇ ਇਹ ਆਪਣੀ ਟਾਈਮ ਹੈਗਾ, ਉਹ ਪਤਾ ਨਹੀਂ ਲੱਗਿਆ ਟਾਈਮ ਕੀ ਹੋ ਗਿਆ। ਬਹੁਤ ਇੱਧਰੋਂ ਵੀ ਲੇਟ ਹੋ ਗਏ ਆ। ਅਤੇ ਤੁਸੀਂ ਵੀ ਸੁਣਨ ਵੇਲੇ ਆਪਣੇ ਆਪ ਨੂੰ ਟਾਈਮ ਦੇ ਕੇ ਕੱਢਣਾ ਆ। ਟਾਈਮ ਆਪਣਾ ਕੀਮਤੀ ਸਮਾਂ ਜਿਹੜਾ ਆ, ਇਹ ਪਰਮੇਸ਼ਰ ਦੇ ਲੇਖੇ ਵਿੱਚ ਲਾਉਣਾ ਆ। ਅਤੇ ਇਹਨੂੰ ਪ੍ਰੇਮ ਦੇ ਨਾਲ ਤੁਸੀਂ ਸਾਰੇ ਨੂੰ ਸੁਣਨਾ ਆ ਅਤੇ ਆਨੰਦ ਨੂੰ ਪਾਉਣਾ ਹੈ। ਇਹ ਸਾਰੇ ਪਰਮੇਸ਼ਰ ਦੇ ਬਚਨ ਆ। ਅਤੇ ਸਾਰਿਆਂ ਨੂੰ ਜੀ ਆਇਆਂ, ਅਤੇ ਸਾਰਿਆਂ ਨੂੰ ਜੈ ਮਸੀਹ ਦੀ ਹੋਵੇ, ਪ੍ਰੇਜ਼ ਦੀ ਲੋੜ ਹੋਵੇ। ਧੰਨਵਾਦ ਪਰਮੇਸ਼ਰ ਤੇਰਾ ਇਹਨਾਂ ਬਚਨਾਂ ਦੇ ਲਈ, ਇਹ ਬਚਨ ਸੁਣਾਉਣ ਦੇ ਲਈ, ਇਹ ਬਚਨ ਕਰਨ ਦੇ ਲਈ। ਪਰਮੇਸ਼ਰ ਤੇਰਾ ਬਹੁਤ ਬਹੁਤ ਧੰਨਵਾਦ। ਯਿਸੂ ਨਾਸਰੀ ਦੇ ਨਾਮ ਦੇ ਵਿੱਚ ਮੰਗਿਆ ਔਰ ਸਾਰਾ ਕੁਝ ਪਾ ਲਿਆ। ਆਮੀਨ।